ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਕਰੋ ਕਿਰਪਾ ਸਾਰਿਆਂ ਕੋ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਗੱਜ ਕੇ ਆਖੋ ਜੀ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਵਾਰ ਫੇਰ ਜੁੜੋ ਜੀ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਅਗੰਮ ਅਗੋਚਰ ਸਚ ਸਾਹਿਬ ਮੇਰਾ ਅਗੰਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ। ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਸਤ ਸੰਗੀ ਜਨੋ, ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਕੇ ਆਪ ਜੀ ਨੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਪੂਰਨ ਉਪਦੇਸ਼ ਗੁਰਬਾਣੀ ਵਿੱਚੋਂ ਸਰਵਣ ਕੀਤਾ ਹੈ, ਸੁਣਿਆ, ਮੰਨਿਆ, ਮਨ ਕੀਤਾ ਭਾਵ, ਗਾਵਿਆ, ਸੁਣਿਆ, ਤਿਨਕਾ ਹਰ ਥਾਏ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮੁਬਾਰਕ ਆ ਗੁਰਦੁਆਰੇ ਆਉਣਾ, ਗੁਰਬਾਣੀ ਨੂੰ ਸੁਣਨਾ। ਗੁਰਦੁਆਰੇ ਆਉਂਦਿਆਂ ਗੁਰਬਾਣੀ ਸੁਣਦਿਆਂ ਫਿਰ ਵੀ ਸਾਨੂੰ ਧਾਗਿਆਂ ਤਵੀਤਾਂ ਵੱਲ ਕਿਉਂ ਭਟਕਣਾ ਪੈਂਦਾ ਹੈ? ਫਿਰ ਵੀ ਕੱਚੇ ਪਿੱਲਿਆਂ ਗੁਰੂਆਂ ਵੱਲ ਕਿਉਂ ਜਾਣਾ ਪੈਂਦਾ ਹੈ? ਕਸਰ ਇੱਥੇ ਹੀ ਰਹਿ ਗਈ ਕਿ ਜੋ ਗੁਰੂ ਦੇ ਉਪਦੇਸ਼ ਸੁਣੇ ਉਹਨਾਂ ਨੂੰ ਕਮਾਇਆ। ਜੇ ਕਦੀ ਸਿੱਖ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਕਮਾਵੇ, ਜੋ ਗੁਰੂ ਸਾਹਿਬ ਨੇ ਬਚਨ ਆਪਾਂ ਨੂੰ ਬਾਣੀ ਦੇ ਵਿੱਚ ਕਹੇ ਨੇ ਉਸ ਅਨੁਸਾਰ ਜੀਵਨ ਢਾਲੇ, ਸਾਰੇ ਸੰਸਾਰ ਤੋਂ ਸਨੁੱਖਾ ਤੇ ਭਾਗਾਂ ਵਾਲਾ ਗੁਰੂ ਦਾ ਸਿੱਖ ਹੋਵੇ। ਇਹ ਵੀ ਕੇਵਲ ਹਜ਼ਾਰਾਂ ਸਾਲਾਂ ਤੋਂ ਜਿਸ ਤਰ੍ਹਾਂ ਲੋਕੀ ਮਸਜਿਦ ਵਿੱਚ ਜਾ ਕੇ ਸਿਰ ਨਵਾਉਂਦੇ ਨੇ, ਮੰਦਰਾਂ ਵਿੱਚ ਜਾ ਕੇ ਟੱਲ ਖੜਕਾਉਂਦੇ ਨੇ, ਪ੍ਰਸ਼ਾਦ ਚੜਾਉਂਦੇ ਨੇ, ਆਸਤੇ ਆਸਤੇ ਸਾਡੇ ਵਿੱਚ ਵੀ ਉਹ ਬ੍ਰਾਹਮਣਵਾਦ ਧੱਸਦਾ ਜਾ ਰਿਹਾ ਹੈ। ਇੱਥੇ ਕੇਵਲ ਪ੍ਰਸ਼ਾਦ ਚੜਾਉਣ ਨੂੰ ਪ੍ਰਧਾਨਤਾ ਨਹੀਂ, ਰਮਾਲੇ ਚੜਾਉਣ ਨੂੰ ਪ੍ਰਧਾਨਤਾ ਨਹੀਂ। ਇਸ ਘਰ ਵਿੱਚ ਮੁਬਾਰਕਬਾਦ ਉਹਨੂੰ ਮਿਲਦੀ ਹੈ ਜਿਹੜਾ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲਦਾ ਹੈ। ਜੋ ਗੁਰੂ ਕਹਿੰਦਾ ਹੈ ਉਸ ਅਨੁਸਾਰ ਆਪਣਾ ਜੀਵਨ ਜਿਹੜਾ ਬਤੀਤ ਕਰਦਾ ਹੈ ਉਹ ਗੁਰੂ ਦਾ ਸਿੱਖ ਹੈ। ਸਭ ਤੋਂ ਵੱਡੇ ਭਾਗ ਗੁਰ ਸਿੱਖਾਂਗੇ ਜੋ ਗੁਰ ਚਰਨੀ ਸਿੱਖ ਪੜ੍ਹਦੇ ਆ। ਪਿਆਰੇ ਭਾਈ ਬਖਸ਼ੀਸ਼ ਸਿੰਘ ਸਾਹਿਬ ਪੜ੍ਹ ਰਹੇ ਸੀ। ਜੇ ਕਦੀ ਇਹ ਪੂਰੀਆਂ ਤੁਕਾਂ ਜੀਵਨ ਦੀਆਂ ਵਿੱਚ ਉੱਤਰ ਆਉਣ, ਇਹ ਪੂਰੀਆਂ ਤੁਕਾਂ ਜੀਵਨ ਵਿੱਚ ਹਾਂ ਤਿਸ ਘੋਲ ਘਮਾਇਆ, ਭਾਈ ਗੁਰਦਾਸ ਜੀ ਹਾਂ ਤਿਸ, ਗੱਜ ਕੇ ਦੱਸੋ ਹਾਂ ਤਿਸ, ਫਿਰ ਗੱਜ ਕੇ ਆਖੋ ਹਾਂ ਤਿਸ। ਘੋਲ ਘਮਾਉਣਾ ਦਾ ਵਾਰੇ ਵਾਰੇ ਜਾਣਾ। ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹਦੇ ਤੋਂ ਘੋਲ ਘਮਾਉਣਾ, ਵਾਰੇ ਵਾਰੇ ਜਾਣਾ।
ਜਿਨ੍ਹਾਂ ਦੇ ਹਿਰਦਿਆਂ 'ਚ ਗਰੀਬੀ ਆ ਗਈ, ਗਰੀਬੀ, ਨਿਮਰਤਾ ਆ ਗਈ ਜਿਨ੍ਹਾਂ ਦੇ ਹਿਰਦਿਆਂ 'ਚ, ਜਿਹੜੇ ਮਿਟ ਗਏ। ਹਾਂ ਤਿਸ ਘੋਲ ਕਮਾਇਆ, ਪਹਿਲਾਂ ਗਰੀਬੀ ਆਵੇ। ਫਿਰ ਜਿਹੜਾ ਦੂਸਰਾ ਵਚਨ ਮੇਰੇ ਗਰੀਬ ਨਵਾਜ ਨੇ ਕੀਤਾ ਏ, ਪਰ ਨਾਰੀ ਕੇ ਨੇੜ ਨਾ ਜਾਵੇ। ਬੋਲੋ, ਪਰ ਨਾਰੀ ਕੇ, ਸਮਝ ਲਿਓ ਜਰਾ ਉੱਚੀ ਸਾਰੀ ਆਖੋ, ਪਰ ਨਾਰੀ ਕੇ ਨੇੜ ਨਾ ਜਾਵੇ। ਇਹ ਮੁਬਾਰਕ ਜੀਵਨ ਦੀਆਂ ਕੜੀਆਂ ਨੇ ਜਿਹੜੀਆਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਵਿਦਵਾਨ ਨੇ, ਬ੍ਰਹਮ ਗਿਆਨੀ ਬਾਬਾ ਭਾਈ ਗੁਰਦਾਸ ਜੀ ਨੇ ਆਪਾਂ ਦੇ ਨਾਲ ਸਾਂਝੀਆਂ ਕੀਤੀਆਂ। ਹਾਂ ਤਿਸ ਘੋਲ ਕਮਾਇਆ, ਗੁਰਮਤਿ ਤੇਰੇ ਦੇ ਗਰੀਬੀ ਆਵੇ। ਹਾਂ ਤਿਸ ਘੋਲ ਕਮਾਇਆ, ਪਰ ਨਾਰੀ ਕੇ ਨੇੜ ਨਾ ਜਾਵੇ। ਤੀਸਰਾ, ਹਾਂ ਤਿਸ ਘੋਲ ਕਮਾਇਆ, ਪਰ ਦਰਬੇ ਨੂੰ ਹੱਥ ਨਾ ਲਾਵੇ। ਪਈ ਹੋਵੇ ਕਰੋੜਾਂ ਰੁਪਈਆ ਕਿਸੇ ਦੀ ਮਾਇਆ। ਅੱਜ ਤੇ ਆਪਾਂ ਗੁਰਸਿੱਖ ਪਿਆਰਿਓ ਮਿੱਥ ਕੇ ਇਹ ਕੰਮ ਕਰ ਰਹੇ ਆ ਨਾ ਵੀ ਲੁੱਟ ਲਓ ਜਿਹਨੂੰ ਲੁੱਟਿਆ ਜਾਂਦਾ ਹੈ। ਆਖੋ ਸਤਿਨਾਮ ਸ੍ਰੀ, ਮਾਰ ਲਓ। ਧਰਮ ਦੇ ਨਾਮ ਦੇ ਉੱਤੇ ਕੌਮ ਨਾਲ ਵਿਸ਼ਵਾਸਘਾਤ ਵੀ ਕਰ ਦਿਓ, ਧਰਮ ਦੇ ਨਾਮ ਦੇ ਉੱਤੇ ਗੁਰੂ ਘਰ ਦੇ ਨਾਲ ਵੀ ਲੁੱਟਾਂ ਮਾਰ ਲਓ। ਜੋ ਕੁਝ ਹੁੰਦਾ ਹੈ ਗੁਰੂ ਦੇ ਨਾਮ ਉੱਤੇ ਵੀ ਜੇ ਲੁੱਟਿਆ ਜਾਂਦਾ ਤੇ ਲੁੱਟ ਲਓ। 84 ਦੇ ਕਾਂਡ ਤੋਂ ਬਾਅਦ ਜਿਨ੍ਹਾਂ ਧਰਮ ਦੇ ਨਾਮ ਦੇ ਉੱਤੇ ਸਿੱਖ ਨੇ ਸਿੱਖਾਂ ਨੂੰ ਲੁੱਟਿਆ, ਹੋਰ ਕਿਸੇ ਨੇ ਲੁੱਟਿਆ। ਸਤਿਗੁਰੂ ਤੇ ਕਹਿ ਰਹੇ ਨੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਮਗਰ ਆਪਾਂ ਖੂਬ ਰੱਜ ਕੇ ਗਾਂ ਖਾਧੀ, ਸੂਰ ਖਾਧਾ, ਹੱਕ ਪਰਾਏ ਨੂੰ ਆਪਾਂ ਖਾਧਾ। ਕਦੀ ਕਿਸੇ ਦੇ ਨਾਮ ਦੇ ਉੱਤੇ ਕੋਈ ਇੱਥੇ ਤੁਹਾਡੇ ਕੋਲ ਆਉਂਦਾ ਜੀ, ਮੈਂ ਫਲਾਣੇ ਥਾਂ ਤੇ ਕਾਲਜ ਬਣਾ ਰਿਹਾ, ਤੁਹਾਡੀ ਹੱਕ ਹਲਾਲ ਦੀ $1 ਇਕੱਠਾ ਕੀਤਾ, ਆਪਣੇ ਨਿੱਜੀ ਸਵਾਰਥਾਂ ਲਈ ਲੋਕੀ ਖਰਚਦੇ। ਕੋਈ ਕਹਿੰਦਾ ਮੈਂ ਇੰਡੀਆ ਦੇ ਵਿੱਚ ਲੋਕਾਂ ਗਰੀਬ ਸ਼ਾਦੀ ਕਰਦਾ ਬੱਚੀਆਂ ਦੀ, ਕੋਈ ਇਸ ਤਰ੍ਹਾਂ ਪੈਸੇ ਕਮਾ ਰਿਹਾ ਹੈ। ਗੁਰੂ ਕੀ ਕਹਿ ਰਿਹਾ ਹੈ? ਗੁਰੂ ਕਹਿ ਰਿਹਾ, ਹਾਂ ਤਿਸ ਘੋਲ ਕਮਾਇਆ, ਪਰ ਦਰਬੇ ਨੂੰ ਹੱਥ ਨਾ ਲਾਵੇ। ਪਰਾਏ ਪੈਸੇ ਨੂੰ ਕੀ ਨਾ ਕਰੇ? ਹੱਥ ਨਾ ਲਾਵੇ। ਹਾਂ ਤਿਸ ਘੋਲ ਕਮਾਇਆ, ਪਰ ਨਿੰਦਾ ਸੁਣ ਆਪ ਹਟਾਵੇ। ਕਿਸੇ ਦੀ ਨਿੰਦਿਆ ਹੁੰਦੀ ਹੋਵੇ ਉੱਥੋਂ ਆਪਣੇ ਆਪ ਨੂੰ ਪਰੇ ਕਰ ਲੈ। ਸਾਰੀਆਂ ਗੱਲਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਆਪਾਂ ਨੂੰ ਸਮਝਾਈਆਂ ਨੇ। ਮਗਰ ਗੁਰਮੁਖ ਪਿਆਰਿਓ, ਅੱਜ ਦੇ ਉਪਦੇਸ਼ ਵਿੱਚੋਂ ਤੁਸੀਂ ਇਹੋ ਹੀ ਧਾਰਨ ਕਰਕੇ ਜਾਓ, ਹਾਂ ਤਿਸ ਘੋਲ ਕਮਾਇਆ, ਗੁਰਮਤਿ ਹਿਰਦੇ ਗਰੀਬੀ ਆਵੇ। ਅੱਜ ਜੋੜੋ ਹੱਥ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ। ਹੇ ਮੇਰੇ ਸਤਿਗੁਰੂ ਗਰੀਬ ਨਵਾਜ, ਮੈਂ 18 20 ਸਟੋਰਾਂ ਦਾ ਭਾਵੇਂ ਮੈਨੂੰ ਮਾਲਕ ਬਣਾ ਦੇ, ਮਗਰ ਮੈਂ ਸੁਰਤ ਵਿੱਚ ਗਰੀਬ ਹੋਵਾਂ। ਸੁਰਤ ਵਿੱਚ ਆਖਾਂ ਮੇਰ, ਅਸੀਂ ਖਾਂਦੇ ਵੀ ਜ਼ਿਆਦਾ, ਅਸੀਂ ਸੌਂਦੇ ਵੀ ਜ਼ਿਆਦਾ, ਅਸੀਂ ਪਰਾਇਆ ਧਨ ਵੀ ਲੁੱਟੀਏ, ਅਸੀਂ ਪਰਾਏ ਤਨ ਨੂੰ ਵੀ ਛੋਈਏ, ਅਸੀਂ ਹੰਕਾਰੀ ਵੀ ਹੋਈਏ, ਤੇ ਫਿਰ ਵੀ ਅਸੀਂ ਆਨੇ ਅਸੀਂ ਗੁਰੂ ਦੇ ਸਿੱਖ ਹਾਂ। ਗੁਰੂ ਦਾ ਸਿੱਖ ਤਾਂ ਇਹ ਤਸਵੀਰ ਖਿੱਚ ਕੇ ਰੱਖ ਦਿੱਤੀ ਆ ਭਾਈ ਗੁਰਦਾਸ ਜੀ ਨੇ। ਸਿੱਖ ਉਹ ਆ ਗੁਰਮੁਖ ਸੋਈ ਸਹਿਜ ਸਮਾਵੇ। ਉਹੋ ਹੀ ਸਤਿਗੁਰੂ ਦੇ ਵਿੱਚ ਸਮਾਉਂਦਾ ਵਾ, ਉਹੀ ਗੁਰੂ ਦੇ ਸਤਿਗੁਰੂ ਦੇ ਵਿੱਚ ਚਰਨਾਂ 'ਚ ਅਭੇਦ ਹੁੰਦਾ ਵਾ, ਜਿਹਦੀਆਂ ਇਹ ਨਿਸ਼ਾਨੀਆਂ। ਥੋੜਾ ਖਾਂਦਾ, ਸੌਦਾ ਸੌਂਦਾ ਹੈ, ਪਰ ਨਾਰੀ ਨੇ ਨੇੜ ਨਹੀਂ ਜਾਂਦਾ, ਪਰਾਈ ਨਿੰਦਿਆ ਨਹੀਂ ਸੁਣਦਾ, ਕਿਸੇ ਦੇ ਪੈਸੇ ਨੂੰ ਹੱਥ ਨਹੀਂ ਲਾਉਂਦਾ, ਗਰੀਬੀ ਭਾਵ ਵਿੱਚ ਰਹਿੰਦਾ ਹੈ। ਮਗਰ ਆਪਣੇ ਅੰਦਰ ਝਾਤੀ ਮਾਰ ਕੇ ਗੁਰੂ ਦਿਓ ਸਿੱਖੋ ਵੇਖ ਲਓ, ਕਦੀ ਲੱਭ ਕੇ ਵੇਖੋ ਆਪਣੇ ਜੀਵਨ ਦੇ ਵਿੱਚੋਂ ਇੱਕ ਵੀ ਗੁਣ ਨਹੀਂ ਲੱਭਦਾ। ਜੇ ਲੱਭਦਾ ਤੇ ਦੱਸੋ। ਪੈਰਾਂ ਤੋਂ ਲੈ ਕੇ ਸਿਰ ਤੱਕ ਝਾਤੀ ਮਾਰ ਕੇ ਵੇਖ ਲਓ, ਇਹਨਾਂ ਗੁਣਾਂ ਦੇ ਵਿੱਚੋਂ ਇੱਕ ਗੁਣ ਦੇ ਵੀ ਆਪਾਂ ਧਾਰਨੀ ਨਹੀਂ। ਤੇ ਮੇਰੇ ਸਤਿਗੁਰੂ ਕਹਿੰਦੇ ਨੇ, ਰਹਿਣੀ ਰਹੇ ਸੋਈ ਸਿੱਖ ਮੇਰਾ। ਇਹ ਰਹਿਤ ਦੱਸੀ ਆ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਪਿਆਰਿਆਂ ਨੇ ਕਿ ਗੁਰਮੁਖ ਦਾ ਸਿੱਖ ਉਹੋ ਹੀ ਹੋ ਸਕਦਾ ਜਿਹਦੀ ਇਹ ਰਹਿਤ ਆ ਪਿਆਰਿਓ। ਤੇ ਆਓ ਆਪਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੀਏ, ਹੇ ਮੇਰੇ ਮਾਲਕ, ਸਾਡੇ ਤੇ ਵੀ ਕਿਰਪਾ ਕਰ, ਮਿਹਰ ਕਰ, ਬਖਸ਼ਿਸ਼ ਕਰ, ਅਸੀਸ ਦੇ। ਅਸੀਂ ਇਸ ਧਾਰਨਾ ਬਣੀਏ, ਅਸੀਂ ਥੋੜਾ ਖਾਈਏ, ਥੋੜਾ ਸੋਈਏ, ਪਰਾਈ ਨਿੰਦਿਆ ਤੋਂ ਆਪਣੇ ਆਪ ਨੂੰ ਹਟਾਈਏ, ਪਰਾਏ ਤਨ ਤੋਂ ਆਪਣੇ ਆਪ ਨੂੰ ਹਟਾਈਏ, ਪਰਾਏ ਧਨ ਤੋਂ ਆਪਣੇ ਆਪ ਨੂੰ ਹਟਾਈਏ। ਸਤਿਗੁਰੂ ਕਿਰਪਾ ਕਰਕੇ ਆਪਣਾ ਉਪਦੇਸ਼ ਸਾਨੂੰ ਬਖਸ਼ਿਸ਼ ਕਰੋ। ਇਹ ਆਪਾਂ ਵੀ ਹੱਥਾਂ ਚਰਨਾਂ ਵਿੱਚ ਬੇਨਤੀ ਕਰੀਏ। ਮੋਹਿ ਨਿਰਗੁਣ ਕੋ ਲਿਓ ਰਲਾਏ, ਮੋਹਿ ਨਿਰਗੁਣ ਕੋ ਲਿਓ ਰਲਾਏ, ਮੋਹਿ ਨਿਰਗੁਣ ਕੋ ਗਰੀਬ माफ करना जी। मोहे गरीब को ले रलाए, 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 मोहे गरीब को ले रलाए।
ਤਰਲਾ ਕਰੋ ਮੈਨੂੰ ਗਰੀਬ ਨੂੰ ਵੀ ਉਹਨਾਂ ਸਿੱਖਾਂ ਵਿੱਚ ਮਿਲਾ ਲਓ ਜਿਨ੍ਹਾਂ ਸਿੱਖਾਂ ਦੇ ਪਰਉਪਕਾਰੀ ਗੁਣ ਨੇ, ਜਿਨ੍ਹਾਂ ਸਿੱਖਾਂ ਦੀ ਤੁਸੀਂ ਗੱਲ ਕੀਤੀ ਆ ਕਿ ਮੈਂ ਉਹਦੇ ਤੋਂ ਬਲਹਾਰ ਆ ਜਿਹੜਾ ਗਰੀਬ ਆ। ਇਹ ਸਾਰੇ ਗੁਣ ਜਿਹੜੇ ਆਪ ਜੀ ਨੇ ਸਰਵਣ ਕੀਤੇ ਨੇ, ਜਿਨ੍ਹਾਂ ਤੇਰਿਆਂ ਪਿਆਰਿਆਂ ਸਿੱਖਾਂ ਵਿੱਚ ਇਹ ਪਰਮ ਗੁਣ ਧਾਰਨ ਹੋਏ ਨੇ ਮੇਰੇ ਗਰੀਬ ਨਵਾਜ, ਉਹਨਾਂ ਸਿੱਖਾਂ ਦੀ ਸੰਗਤ ਵਿੱਚ ਮੈਨੂੰ ਵੀ ਮੋਹਿ ਗਰੀਬ ਕੋ ਲਿਓ ਰਲਾਏ, ਮੋਹਿ ਗਰੀਬ ਕੋ ਲਿਓ ਰਲਾਏ, ਮੋਹਿ ਗਰੀਬ ਕੋ ਲਿਓ ਰਲਾਏ, ਮੋਹਿ ਗਰੀਬ ਕੋ ਲਿਓ ਰਲਾਏ। ਤਰਲਾ ਪਾਓ ਹਾਂ 29 ਤਰੀਕ ਵਾਲੇ ਦਿਨ ਗਰੀਬ ਨਵਾਜ ਜਿਹੜੀ ਤੂੰ ਸੰਗਤ ਬਣਾਉਣੀ ਆ, ਗੁਰ ਸੰਗਤ ਕੀਨੀ ਖਾਲਸਾ, ਜਿਹੜੀ ਸੰਗਤ ਤੁਸੀਂ ਕੀਤੀ ਗਰੀਬ ਨਵਾਜ ਪਾਤਸ਼ਾਹ, ਜਿਹੜੀ ਸੰਗਤ ਤੁਸੀਂ ਬਣਾਈ ਆ। ਮੈਂ ਅਜੇ ਤੱਕ ਸਤਿਗੁਰੂ ਖਾਲਸਾ ਨਹੀਂ ਬਣਿਆ। ਗੁਰਦੁਆਰੇ ਆਉਣਾ ਵਾ, ਕੜਾ ਪ੍ਰਸ਼ਾਦ ਚੜਾਉਣਾ ਵਾ, ਲੰਗਰ ਛਕਦਾ ਵਾ, ਪੈਸੇ ਗੁਲਕ ਵਿੱਚ ਪਾਉਂਦਾ ਵਾ। ਮੇਰੇ ਸਤਿਗੁਰੂ ਮੈਂ ਤੇਰੀ ਉਸ ਸੰਗਤ ਵਿੱਚ ਨਹੀਂ ਬੈਠਾ ਜਿਹਦੀ ਰੋਜ਼ ਅਰਦਾਸ ਹੁੰਦੀ। ਵੇਖੋ ਪਿਆਰਿਓ, ਕੋਈ ਪਿਆਰਾ ਕਿਸੇ ਦਿਨ 21 ਰੁਪਏ ਦਿੰਦਾ ਹੈ ਤੇ ਉਹਦਾ ਨਾਮ ਬੋਲਿਆ ਜਾਂਦਾ ਹੈ, ਫਲਾਣਾ ਸਿੰਘ ਨੇ ਮਹਾਰਾਜ 21 ਰੁਪਏ ਦਿੱਤੇ, ਇਹਦਾ ਆਹ ਕਾਰਜ ਕਰੋ। ਫਲਾਣਾ ਸਿੰਘ ਨੇ ਇਹ ਰੁਮਾਲਾ ਚੜਾਇਆ, ਇਹਦਾ ਆਹ ਕਾਰਜ ਕਰੋ। ਫਲਾਣਾ ਸਿੰਘ ਨੇ ਆਹ ਕੰਮ ਕੀਤਾ, ਇਹਦਾ ਆਹ ਕੰਮ ਕਰੋ। ਮਗਰ ਇੱਕ ਰੋਜ਼ ਅਰਦਾਸ ਹੁੰਦੀ ਆ, ਜਿੱਥੇ ਜਿੱਥੇ ਸਿੱਖ ਅਰਦਾਸ ਕਰਦਾ ਹੈ ਉਸ ਅਰਦਾਸ ਵਿੱਚ ਗੁਰਮੁਖ ਪਿਆਰਿਓ ਕਿਸੇ ਅਮੀਰ ਦਾ ਨਾਮ ਨਹੀਂ, ਕਿਸੇ ਦੇਣ ਵਾਲੇ ਦਾ ਨਾਮ ਨਹੀਂ, ਕਿਸੇ ਲੈਣ ਵਾਲੇ ਦਾ ਨਾਮ ਨਹੀਂ। ਉੱਥੇ ਆਖਿਆ ਜਾਂਦਾ ਜਹਾਂ ਜਹਾਂ ਖਾਲਸਾ ਜੀ, ਬੋਲੋ ਜਹਾਂ ਜਹਾਂ, ਫਿਰ ਬੋਲੋ ਜਹਾਂ ਜਹਾਂ, ਤਹਾਂ ਤਹਾਂ ਰਸ਼ਿਆ ਰਿਆਇਤ। ਰੋਜ਼ ਪਟੀਸ਼ਨ ਲੱਗਦੀ ਆ, ਹਰ ਸਿੱਖ ਨਿਤਨੇਮ ਤੋਂ ਬਾਅਦ ਅਰਦਾਸ ਕਰਦਾ ਹੈ, ਹੇ ਮੇਰੇ ਸਤਿਗੁਰੂ ਇਹ ਜਿਨ੍ਹਾਂ ਦੀ ਰੋਜ਼ ਅਰਦਾਸ ਹੁੰਦੀ ਆ, ਜਿਨ੍ਹਾਂ ਪਿਆਰਿਆਂ ਦੇ ਬਾਰੇ ਹਰ ਹੱਥ ਜੋੜਨ ਵਾਲਾ ਸਿੱਖ ਅਰਦਾਸ ਕਰਦਾ ਹੈ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਹੇ ਮੇਰੇ ਸਤਿਗੁਰੂ ਮੈਨੂੰ ਵੀ ਮੋਹਿ ਗਰੀਬ ਕੋ ਲਿਓ ਰਲਾਏ, ਮੋਹਿ ਗਰੀਬ ਕੋ ਲਿਓ ਰਲਾਏ, ਮੋਹਿ ਗਰੀਬ ਕੋ ਲਿਓ ਰਲਾਏ, ਮੋਹਿ ਗਰੀਬ ਕੋ ਲਿਓ ਰਲਾਏ। ਜੀ ਲਿਓ ਰਲਾਏ, ਮੋਹਿ ਗਰੀਬ ਕੋ ਜੀ ਲਿਓ ਰਲਾਏ, ਮੋਹਿ ਗਰੀਬ ਕੋ को जी ले और लाए, वो गरीब को जी ले और लाए। पाओ तरला गरीब को जी ले हो। हे साहब जी ये जड़ी रोज अरदास होंदी, गरीब को जी आखो सतनाम श्री। हे साहब जड़ी रोज अरदास होंदी आ खालसे दी, भावें अकाल तख्त ते अरदास होवे, भावें हजूर साहब अरदास होवे, भावें तख्त श्री पटना साहब अरदास होवे, भावें केसगढ़ साहब अरदास होवे, दुनिया दे हर कोने दे गुरुद्वारे विच हे मेरे सतगुरु सुख मंगी जाती है खालसे दी। जहां जहां खालसा जी तहां तहां रशिया रियायत। रोज अरदास की जाती है ते मेरे सतगुरु जिन्हां दी रोज अरदास हुंदी है उन्हां दी क्लास दे विच मैनू भी रला ला, मैनू भी खालसा बना ला। अरदास करो मेरिया भैणां बच्चियां वीर गुरसिख, फिर एक एक दा नाम दस के अरदास ना करवानी पवे। रोज सुते सिद्ध पटीशन हो जाए, रोज सुते सिद्ध अरदास गुरु के घर में, रोज एप्लीकेशन तुहाडी लगे जे तुसी खालसे बन जाओ। ते इस करके परसों ये भागां वाला दिन आउणा है। कोई मेरी भैन कोई बच्चा मन के प्रभाव थले आण के गुरु का पल्ला ना छड्ड दिओ। दो तरह का जीवन हुंदा है, गुरु मर्जी ते मन मर्जी। गुरु मर्जी ते मन मर्जी। ये मन मर्जी होगी जिहड़ा आखोगे अजे साल खलोना है, ये गुरु मर्जी होगी कि जिहड़ा कहंदा हर जपदियां ढिल ना कीजी मेरी जिंदड़ीए, मत जापे साह आवे कि ना आवे राम। ये गुरु की मर्जी होगी कि मेरे गुरु का उपदेश होगा, पियो पौल खंडे तार, पियो पौल खंडे तार, पियो पौल खंडे तार, पियो पौल खंडे तार। होए जन्म सोहेला, होए जन्म सोहेला, होए जन्म सोहेला, होए जन्म सोहेला। जूझ रहे जे दुखां ते परेशानियां दे नाल अमृत छको सुखी हो जो। पता नहीं क्यों आप ठगां दे कहण ते 2 मिनटां दे विच
ਆਪਣੇ ਘਰ ਦੇ ਬੂਹੇ ਅੱਗੇ ਭੂਤ ਵੀ ਲਮਕਾ ਲੈਨੇ। ਨਵੇਂ ਨਵੇਂ ਘਰ ਬਣਾਉਂਦੇ ਇੰਡੀਆ ਦੇ ਵਿੱਚ, ਤੇ ਮੈਂ ਕਈ ਵਾਰ ਵੇਖਿਆ ਨਵਾਂ ਜਿਹੜਾ ਕੋਠੀ ਬਣਦੀ, ਜਿਹੜਾ ਘਰ ਬਣਦਾ ਹੈ ਨਾ, ਉਹਦੇ ਅੱਗੇ ਲਾਲ ਜੀ ਜ਼ਬੀਨ ਕੱਢੀ ਤੇ ਕਾਲੇ ਮੂੰਹ ਵਾਲਾ ਭੂਤ ਜਿਹਾ ਲਾ ਦਿੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਨੰਦਪੁਰ ਸਾਹਿਬ ਤੋਂ ਆ ਰਿਹਾ ਸਾਂ ਤੇ ਰੋਪੜ ਦੇ ਕੋਲੇ ਕੋਠੀ ਪਾਈ ਕਿਸੇ ਨੇ, ਤੇ ਨਾਲ ਮਹਾਂਪੁਰਸ਼ ਸੀ ਗੁਰਮੁਖ ਪਿਆਰੀ, ਬੜੀ ਬਖਸ਼ੀ ਹੋਈ ਰੂਹ। ਮੈਂ ਕਿਹਾ ਬਾਬਾ ਜੀ ਇਹ ਰੁਝਾਨ ਬੜਾ ਵੱਧ ਗਿਆ, ਧਿਆਨ ਦੇਣਾ, ਇਕਾਗਰਤਾ ਬਖਸ਼ਿਓ। ਇਹ ਰੁਝਾਨ ਬੜਾ ਵੱਧ ਗਿਆ ਵਾ ਅੱਜ ਕੱਲ, ਭਾਵੇਂ ਸਿੱਖ ਦਾ ਹੀ ਘਰ ਹੋਵੇ, ਭਾਵੇਂ ਪ੍ਰਚਾਰਕ ਦਾ ਹੋਵੇ, ਭਾਵੇਂ ਰਾਗੀ ਦਾ ਹੋਵੇ, ਢਾਡੀ ਦਾ ਹੋਵੇ। ਮਹਾਰਾਜ ਪਾਤਸ਼ਾਹ ਤੁਸੀਂ ਗੁਰਮੁਖ ਪਿਆਰਿਓ ਦੱਸੋ ਕਿ ਇਹ ਭੂਤ ਕਿਉਂ ਮੂੰਹ ਦੇ ਉੱਤੇ ਲਾ ਦਿੰਦੇ ਨੇ? ਮੂੰਹ ਜਿਹਾ ਐ ਲਾਲ ਜਿਹਾ ਮੂੰਹ ਕੱਢਿਆ, ਡੈਣ ਜੀ ਦਾ ਮੂੰਹ ਭੂਤ ਜਿਹਾ ਬਣਾ ਕੇ ਕਿਉਂ ਲਾ ਦਿੰਦੇ ਨੇ? ਤੇ ਹੱਸ ਕੇ ਕਹਿੰਦਾ ਪਰਮਜੀਤ ਸਿੰਘ ਇਹ ਦੱਸਦੇ ਨੇ ਕਿ ਇਸ ਘਰ ਵਿੱਚ ਰਹਿਣ ਵਾਲੇ ਵੀ ਕੀ ਨੇ? ਜੇ ਘਰ ਵਿੱਚ ਗੁਰੂ ਦੇ ਸਿੱਖ ਰਹਿੰਦੇ ਹੋਣ, ਉਸ ਘਰ ਦੇ ਉੱਤੇ ਭੂਤ ਦੀ ਗੁਰਮੁਖ ਪਿਆਰਿਓ ਸਾਈਨ ਬੋਰਡ ਨਾ ਦਿੱਤਾ ਹੋਵੇ, ਉਹਦੇ ਉੱਤੇ ਖੰਡਾ ਲੱਗਾ ਹੋਵੇ, ਤੇ ਜਾਂ ਉਹਦੇ ਉੱਤੇ ਇੱਕ ਓੰਕਾਰ ਲਿਖਿਆ ਹੋਵੇ, ਤੇ ਜਾਂ ਉਹਦੇ ਤੇ ਲਿਖਿਆ ਹੋਵੇ ਜੈ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਭੂਤਾਂ ਦਾ ਵਾਸਾ ਹੋ ਗਿਆ ਸਾਡੇ ਜੀਵਨ ਦੇ ਵਿੱਚ। ਗੁਰੂ ਦੇ ਅੱਗੇ ਅਰਦਾਸ ਕਰੋ, ਹੇ ਮੇਰੇ ਗਰੀਬ ਨਵਾਜ ਪਾਤਸ਼ਾਹ, ਰਹਿਮ ਕਰ, ਬਖਸ਼ ਦੇ ਘਰ ਵਿੱਚ ਆ, ਆਪਣੀ ਪਿਆਰੀ ਸੰਗਤ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਇਹਨਾਂ ਨੂੰ ਧਾਗਿਆਂ ਤੋਂ ਬਚਾਓ, ਇਹਨਾਂ ਨੂੰ ਤਵੀਤਾਂ ਤੋਂ ਬਚਾਓ, ਇਹਨਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢ ਕੇ ਮੇਰੇ ਸਤਿਗੁਰੂ ਇਹਨਾਂ ਨੂੰ ਸਮਝਾ ਦਿਓ ਕਿ ਪੀਓ ਪੌਲ ਖੰਡੇ ਧਾਰ, ਹੋਏ ਜਨਮ ਸੁਹੇਲਾ ਮੈਨੇ ਸੁਖੀ ਹੁੰਦਾ ਜੇ। ਗਰੰਟੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਕੋਈ ਦੱਸਦਾ ਜੀ ਮੈਨੂੰ ਇੰਨੀਆਂ ਬਿਮਾਰੀਆਂ, ਉਹਨੂੰ ਕਹਿ ਕੇ ਵੇਖੋ ਅੰਮ੍ਰਿਤ ਛਕ ਲਓ, ਛਕ ਲਾਂਗੇ ਜੀ। ਕਮਾਲ ਦੀ ਗੱਲ ਆ। ਅੱਜ ਕੋਈ 3 ਪੈਸਿਆਂ ਦਾ ਸਾਧੂ ਪਾਣੀ 'ਚ ਥੁੱਕ ਕੇ ਦੇ ਦੇ, ਉਹ ਤੇ ਪੀ ਲੈਨੇ। ਅੱਗੋਂ 3 ਪੈਸਿਆਂ ਦਾ ਬੰਦਾ ਆਣ ਕੇ ਧਾਗਾ ਦੇ ਦੇ, ਉਹ ਤੇ ਬਾਂਹ ਨੂੰ ਬੰਨ ਲੈਨੇ ਆ। ਮਗਰ ਪੁੱਤਰਾਂ ਦਾ ਦਾਨੀ ਕਹਿੰਦਾ ਗਲ ਵਿੱਚ ਕਿਰਪਾਨ ਪਾ ਲਾ, ਕੜਾ ਪਾ ਲਾ, ਕੰਘਾ ਰੱਖ ਲਾ, ਕੇਸ ਰੱਖ ਲਾ, ਸ਼ਰਾਬ ਛੱਡ ਦੇ, ਮਾਂ ਛੱਡ ਦੇ। ਫਿਰ ਮੈਂ ਤੈਨੂੰ ਗਰੰਟੀ ਦੇਣਾ, ਹੋਵੇ ਜਨਮ ਸੋਹੇਲਾ, ਹੋਵੇ ਜਨਮ ਸੋਹੇਲਾ, ਹੋਏ ਭਾਈ ਗੁਰਦਾਸ ਜੀ ਨੇ ਨਾ, ਭਾਈ ਗੁਰਦਾਸ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਇੱਕ ਵਾਰ ਪੁੱਛਿਆ ਕਿ ਭਾਈ ਗੁਰਦਾਸ ਜੀ ਤੁਹਾਨੂੰ ਕਿਤਨਾ ਪਤਾ ਲੱਗ ਜਾਂਦਾ ਕਿ ਆਹ ਕੱਚੀ ਬਾਣੀ ਆ ਤੇ ਇਹ ਸੱਚੀ ਬਾਣੀ ਆ? ਤੇ ਭਾਈ ਗੁਰਦਾਸ ਨੇ ਬੜੇ ਸੁੰਦਰ ਬਚਨ ਕੀਤੇ। ਭਾਈ ਗੁਰਦਾਸ ਜੀ ਕਹਿੰਦੇ ਨੇ ਪਰਦਾ ਲੱਗਾ ਹੋਵੇ ਤੇ ਇਸਤਰੀ ਇਸ ਪਾਸੇ ਪਰਦੇ ਤੋਂ ਬੈਠੀ ਹੋਵੇ ਤੇ ਪਰਲੇ ਪਾਸੇ ਪਰਦੇ ਦੇ ਉਹਦਾ ਪਤੀ ਬੈਠਾ ਹੋਵੇ ਤੇ ਬੋਲਦਾ ਹੋਵੇ, ਤੇ ਭਲਾ ਇਸਤਰੀ ਪਛਾਣਦੀ ਨਹੀਂ? ਉਹਨੂੰ ਪਤਾ ਨਹੀਂ ਲੱਗਦਾ ਕਿ ਪਰਦੇ ਤੋਂ ਪਿੱਛੇ ਮੇਰਾ ਗੁਰੂ ਬੋਲ ਰਿਹਾ, ਮੇਰਾ ਪਤੀ ਬੋਲ ਰਿਹਾ ਵਾ? ਤੇ ਗੁਰੂ ਦੇ ਸਿੱਖੋ ਸਾਨੂੰ ਇਹ ਬੋਲ ਕਿਉਂ ਭੁੱਲ ਗਏ ਨੇ ਕਿ ਕਲਗੀਧਰ ਪਾਤਸ਼ਾਹ ਆਨੰਦਪੁਰ ਦੇ ਸਾਹਮਣੇ ਸ਼ਿਵਾਲਕ ਦੀ ਪਹਾੜੀ ਤੇ ਕੇਸਗੜ੍ਹ ਖਲੋਤੇ ਕਹਿ ਰਹੇ ਨੇ, ਪੀਓ ਪੌਲ ਖੰਡੇ ਧਾਰ, ਪੀਓ ਪੌਲ ਖੰਡੇ ਧਾਰ, ਪੀਓ ਪੌਲ ਖੰਡੇ ਧਾਰ, ਪੀਓ ਪੌਲ ਖੰਡੇ ਧਾਰ, ਹੋਏ ਜਨਮ ਸੋਹੇਲਾ, ਹੋਏ ਜਨਮ ਸੋਹੇਲਾ, ਹੋਏ ਬੜੀਆਂ ਰਹਿਮਤਾਂ ਨੇ। ਉਹ ਜਿਹੜੇ ਵਿਦਵਾਨ ਦਾ ਆਪਾਂ ਰੋਜ਼ ਵਿਦਵਾਨ ਤਾਂ ਨਹੀਂ ਕਿਹਾ ਜਾ ਸਕਦਾ, ਵਿਦਵਾਨ ਤਾਂ ਗੁਰਮੁਖ ਪਿਆਰਿਓ ਬੜੀਆਂ ਬੜੀਆਂ ਬਖਸ਼ੀਆਂ ਰੂਹਾਂ ਭਾਈ ਸਾਹਿਬ, ਭਾਈ ਵੀਰ ਸਿੰਘ ਸਾਹਿਬ ਵਰਗੇ ਹੋਏ। ਇਸ ਕੌਮ ਦੇ ਵਿੱਚ ਚੰਗੇ ਚੰਗੇ ਹੋਰ ਵੀ ਵਿਦਵਾਨ ਹੋਏ ਨੇ ਗੁਰਮੁਖ ਪਿਆਰੇ, ਜਿਨ੍ਹਾਂ ਪੰਥਲੀ ਕੰਮ ਕੀਤਾ ਹੈ। ਉਹਦਾ ਟਿੱਪਣੀਕਾਰ ਜਿਹਦੇ ਬਾਰੇ ਆਪਾਂ ਰੋਜ਼ ਗੱਲਾਂ ਕਰਦੇ ਆ, ਉਹ ਲਿਖਦਾ ਵਾ ਕਿ ਇੱਕ ਕਿੱਡਾ ਅਨਰਥ ਆ ਕਿ ਇੱਕ ਚਿੜੀ ਦੇ ਮੂੰਹ 'ਚ ਅੰਮ੍ਰਿਤ ਪਿਆ ਤੇ ਉਹਨੇ ਬਾਜ ਨੂੰ ਮਰੋੜਿਆ। ਇਹ ਕਿੱਡਾ ਅਨਰਥ ਆ ਕਿ ਇੱਕ ਗਿੱਦੜ ਦੇ ਮੂੰਹ ਵਿੱਚ ਅੰਮ੍ਰਿਤ ਪਿਆ ਤੇ ਉਹਨੇ ਸ਼ੇਰ ਨੂੰ ਲਲਕਾਰਿਆ। ਉਹ ਗੁਰਮੁਖਾ ਚਿੜੀ ਇਹ ਨਹੀਂ ਜਿਹੜੀ ਬਾਹਰ ਉੱਡਦੀ ਹੈ, ਇਹਨੇ ਅੰਮ੍ਰਿਤ ਕਿੱਥੋਂ ਪੀਣਾ ਸੀ? ਗਿੱਦੜ ਇਹ ਨਹੀਂ ਜਿਹੜੇ ਰਵਾਕਦੇ ਫਿਰਦੇ ਨੇ ਗੰਨੇ। ਉਹ ਜਿਹੜੇ ਡਰਪੋਕ ਲੋਕ ਹਿੰਦੁਸਤਾਨ ਦੇ ਗਿੱਦੜਾਂ ਵਰਗੇ ਸੀ, ਜਦੋਂ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਤੇ ਉਹਨਾਂ ਵੀ ਆਪਣੇ ਆਪ ਵਾਲੇ ਅਖਵਾਉਣ ਵਾਲੇ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ, ਕਦੀ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ, ਹਿੰਦੁਸਤਾਨ ਦੇ ਸਾਰੇ ਲੋਕ ਉਹਦੇ ਅੱਗੇ ਗਿੱਦੜਾਂ ਵਾਂਗ ਭੱਜਦੇ ਸੀ। ਮਗਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਮ੍ਰਿਤ ਪੀਣ ਵਾਲੇ ਗੁਰੂ ਦੇ ਸਿੱਖਾਂ ਨੇ ਉਸ ਆਉਣ ਵਾਲੇ ਸ਼ੇਰ ਦੇ ਅੱਗੇ, ਆਪਣੇ ਆਪ ਨੂੰ ਸ਼ੇਰ ਖਵਾਉਣ ਵਾਲੇ ਦੇ ਅੱਗੇ, ਜਦੋਂ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਅੰਮ੍ਰਿਤ ਪੀਣ ਵਾਲੇ ਇੱਕ ਵਾਰ ਅੱਖਾਂ ਚੁੱਕ ਕੇ ਖਲੋਤੇ ਤੇ ਫਿਰ ਗੁਰਮੁਖ ਪਿਆਰਿਓ ਸਦਾ ਲਈ ਸਤਲੁਜ ਤੋਂ ਕੀ ਪਾਰ ਹੋਣਾ ਸੀ, ਖੈਬਰ ਦਰਿਆ ਤੋਂ ਪਾਰ ਨਹੀਂ ਲੰਘ ਸਕਿਆ, ਉੱਥੇ ਵਿਯੋਗ ਨਾਲ ਮਰ ਗਿਆ। ਇਹ ਸੀ ਅੰਮ੍ਰਿਤ ਦੇ ਤਸੀਰ ਕਿ ਕੱਲ ਤੱਕ ਹਿੰਦੁਸਤਾਨ ਨੂੰ ਲੁੱਟਣ ਵਾਲਾ ਜੇ ਹਿੰਦੁਸਤਾਨ ਦੇ ਨਾਮ ਤੋਂ ਥਰੀਅਰ ਥਰੀਅਰ ਕੰਬਦਾ ਹੈ ਤੇ ਆਪਣੇ ਵਜ਼ੀਰਾਂ ਨੂੰ ਪੁੱਛਦਾ ਵਾ, ਸਾਰੇ ਹਿੰਦੁਸਤਾਨ ਮਰਟਿਆਂ ਨੂੰ ਮੈਂ ਲੁੱਟ ਲਿਆਵਾਂ, ਰਾਜਪੂਤਾਂ ਨੂੰ ਮੈਂ ਲੁੱਟ ਲਿਆਵਾਂ, ਹਜ਼ਾਰਿਆਂ ਸਾਰਿਆਂ ਨੂੰ ਮੈਂ ਲੁੱਟ ਲਿਆਵਾਂ, ਰੋਲਿਆਂ ਨੂੰ ਮੈਂ ਲੁੱਟ ਲਿਆਵਾਂ, ਸਾਰੇ ਮੇਰਾ ਪਾਣੀ ਭਰਦੇ ਨੇ। ਮਗਰ ਸਤਲੁਜ ਤੋਂ ਲੈ ਕੇ ਰਾਵੀ ਦੇ ਵਿੱਚ ਜਿਹੜੇ ਕਿਹੜੀ ਕੌਮ ਆ ਜਿਹੜੀ ਮੈਨੂੰ ਪੈਂਦੀ ਆ,
ਤੇ ਮੇਰੇ ਕੋਲੋਂ ਵੀ ਸਮਾਨ ਖੋਹ ਲੈਂਦੀ, ਮੇਰਾ ਵੀ ਲੁੱਟਿਆ ਸਮਾਨ ਲੁੱਟ ਲੈਂਦੀ ਆ ਤੇ ਮੇਰੀ ਫੌਜਾਂ ਨੂੰ ਮਾਰ ਦਿੰਦੀ ਆ। ਤੇ ਵਜ਼ੀਰ ਨੇ ਆਖਿਆ ਸੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਜਿਆ ਖਾਲਸਾ ਹੈ। ਗੁਰੂ ਦੇ ਸਿੱਖੋ, ਪਤਾ ਨਹੀਂ ਕਿਉਂ ਸਾਡੇ ਅੰਦਰੋਂ ਤਸੀਰ ਤੇ ਆਪਣੇ ਗੁਰੂ ਦੇ ਕਹੇ ਬਚਨਾਂ ਦੀ ਭੁੱਲ ਹੁੰਦੀ ਜਾਂਦੀ ਆ। ਕਿਉਂ ਮੇਰਾ ਪੰਥ ਅੱਜ ਨੂਰ ਮਹਿਲੀਏ ਦੇ ਪਿੱਛੇ ਤੁਰਿਆ ਫਿਰਦਾ ਹੈ? ਕਿਉਂ ਇਹਨਾਂ ਦੇ ਘਰ ਵਿੱਚ ਆਣ ਕੇ ਸੰਨ ਲਾ ਕੇ ਨੂਰ ਮਹਿਲ ਵਾਲਾ ਆਪਣਾ ਆਸ਼ਰਮ ਖੋਲ ਦਿੰਦਾ ਹੈ? ਕਿਉਂ ਰਾਧਾ ਸੁਆਮੀ ਆਪਣੇ ਨਾਮ ਦੇ ਦਿੰਦੇ ਨੇ? ਕਿਉਂ ਨਿਰੰਕਾਰੀ ਆਪਣਾ ਨਾਮ ਸਾਡੇ ਘਰਾਂ ਵਿੱਚ ਆਣ ਕੇ ਦੇ ਦਿੰਦੇ ਨੇ? ਸਾਡੇ ਕੋਲੋਂ ਕੀ ਭੁੱਲ ਹੋ ਗਈ ਆ? ਸਾਨੂੰ ਕਿਉਂ ਨਹੀਂ ਇਹ ਬਚਨ ਸੁਣਦਾ, ਪੀਓ ਪੌਲ ਖੰਡੇ ਤਾਰ ਹੋਏ? ਆਪਣੇ ਗੁਰੂ ਤੇ ਭਰੋਸਾ ਕਿਉਂ ਨਹੀਂ ਆਉਂਦਾ? ਆਪਣੇ ਗੁਰੂ ਦੇ ਬਚਨ ਦੇ ਉੱਤੇ ਦ੍ਰਿੜਤਾ ਸਾਨੂੰ ਕਿਉਂ ਨਹੀਂ ਆ ਰਹੀ? ਮੇਰੀ ਹੱਥ ਜੋੜ ਕੇ ਬੇਨਤੀ ਜੇ, ਜਿਨ੍ਹਾਂ ਗੁਰਸਿੱਖਾਂ ਪਿਆਰਿਆਂ ਨੇ, ਸਤਸੰਗੀਆਂ ਨੇ ਅੰਮ੍ਰਿਤ ਨਹੀਂ ਅਜੇ ਛਕਿਆ, ਇੱਕ ਵਾਰ ਪੀ ਕੇ ਵੇਖ ਲਓ, ਮੇਲਾ ਵੇਖ ਲਓ, ਤੰਬੂ ਵਿੱਚ ਵੜ ਕੇ ਅੰਦਰ ਆਓ, ਮੇਲਾ ਵੇਖੋ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਦਾ ਅੰਮ੍ਰਿਤ ਇੱਕ ਵਾਰ ਪੀ ਕੇ ਵੇਖੋ, ਪਤਾ ਲੱਗ ਜੂਗਾ ਇਸ ਅੰਮ੍ਰਿਤ ਦੇ ਵਿੱਚ ਕੀ ਤਸੀਰ ਛੁਪੀ ਪਈ। ਮੇਰਾ ਸਤਿਗੁਰੂ ਕਿਰਪਾ ਕਰੇ, ਮੈਂ ਕੱਲ ਦੇ ਦੀਵਾਨ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਅੰਮ੍ਰਿਤ ਦੀਆਂ ਹੋਰ ਬਚਨ ਆਪ ਜੀ ਦੇ ਨਾਲ ਸਾਂਝੇ ਕਰੂੰਗਾ। ਅੱਜ ਤੇ ਕਿਸੇ ਕਾਰਨ ਸੰਗਤ ਆਈ ਸੀ ਦੂਰੋਂ, ਆਪ ਜੀ ਦੇ ਕੋਲ ਆਉਂਦਿਆਂ ਆਉਂਦਿਆਂ ਲੇਟ ਹੋ ਗਿਆ, ਮੈਨੂੰ ਮੁਆਫ ਕਰ ਦੇਣਾ। ਹੱਥ ਜੋੜ ਕੇ ਇੱਕ ਇੱਕ ਕਦਮ ਆਪ ਜੀ ਦਾ ਗੁਰਦੁਆਰੇ ਨੂੰ ਜਿਹੜਾ ਚੱਲ ਕੇ ਆਉਂਦੇ ਹੋ ਪਿਆਰਿਓ, ਸੇਵਕ ਦੇ ਸਿਰ ਦੇ ਉੱਤੇ ਰੱਖ ਕੇ ਆਓ। ਮੇਰਾ ਸਤਿਗੁਰੂ ਕਿਰਪਾ ਕਰੇ, ਭੁੱਲ ਦੀ ਮਾਫੀ ਮੰਗਦਾ ਵਾਂ। ਆਓ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਬਚਨ ਸਰਵਣ ਕਰਨ ਤੋਂ ਪਹਿਲੋਂ ਰੀੜ ਦੀ ਹੱਡੀ ਸਿੱਧੀ ਕਰੋ, ਅੰਮ੍ਰਿਤ ਪੀਏ ਬਾਪੂ ਨਾਨਕ ਦੇ ਨਾਮ ਦਾ। ਵਾਹ ਗੁਰੂ 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 ਵਾਹ ਗੁਰੂ। ਆਓ ਜੁੜੋ ਹੁਣ ਮਨ ਬਿਰਤੀ ਇਕਾਗਰਤਾ ਚ ਲਿਆਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਇੱਕ ਵਾਰ ਨਾਭੀ ਚੋਂ ਖਿੱਚ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਪਰਿਵਾਰ ਤੇ ਬੱਚਿਆਂ ਦੇ ਭਲੇ ਲਈ ਆਖੋ ਸਤਨਾਮ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ। ਕੀ ਘਰ ਵਿੱਚ ਬੋਲਣਾ ਹੈ? ਪੰਜਾਬੀ ਬੋਲੀ ਨਾਲ ਦ੍ਰਿੜਤਾ ਲਿਆਓ ਆਪਣੇ ਮਨ ਵਿੱਚ। ਘਰ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਓ, ਪੰਜਾਬੀ ਪੜ੍ਹਿਆ ਕਰੋ। ਗੁਰੂ ਨਾਨਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 400 ਸਾਲਾ ਪੁਰਬ ਆ ਰਿਹਾ ਹੈ। ਮੇਰੀ ਹੱਥ ਜੋੜ ਕੇ ਹਰ ਗੁਰਸਿੱਖ ਮਾਈ ਭਾਈ ਨੂੰ ਬੇਨਤੀ, ਆਪਣੇ ਘਰ ਦੇ ਵਿੱਚ ਸਤਿਗੁਰੂ ਦੀਆਂ ਜੇ ਪੂਰਾ ਪ੍ਰਕਾਸ਼ ਨਹੀਂ ਕਰ ਸਕਦੇ, ਜੇ ਪ੍ਰਕਾਸ਼ ਕਰੋ ਤੇ ਮੁਬਾਰਕ। ਜਿੱਥੇ ਜਾਏ ਵਹੇ ਮੇਰਾ ਸੋ ਥਾਨ ਸੁਹਾਵਾ। ਕੁਝ ਸ਼ਰਮ ਆਉਂਦੀ ਆ, ਕੁਝ ਲੱਜਾ ਆਉਂਦੀ ਕਿ ਇਸ ਘਰ ਵਿੱਚ ਮਾੜਾ ਕੰਮ ਨਾ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ। ਕੁਛ ਨਾ ਕੁਛ ਆਤਮਾ ਡਰਦੀ ਆ, ਜੀਵ ਆਤਮਾ ਦੇ ਖੌਫ ਪੈਦਾ ਮਨ ਵਿੱਚ ਹੁੰਦਾ ਹੈ। ਜੇ ਗੁਰਮੁਖ ਪਿਆਰਿਓ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਪੂਰਨ ਤੌਰ ਤੇ ਚੰਦੋਆ ਲਾ ਕੇ ਪ੍ਰਕਾਸ਼ ਨਹੀਂ ਕਰ ਸਕਦੇ ਤੇ ਸੰਚੀਆਂ ਲਿਆਓ। ਇੱਕ ਇੱਕ ਪਾਠ ਆਪਣੇ ਘਰ ਦੇ ਵਿੱਚ ਆਉਂਦੇ ਸਾਲ ਅਗਸਤ ਦੇ ਵਿੱਚ 400 ਸਾਲਾ ਪੁਰਬ ਸਾਰੇ ਸੰਸਾਰ ਵਿੱਚ ਮਨਾਉਣਾ ਹੈ। ਤੁਸੀਂ ਤੇ ਸੌਂਗੇ, ਮਗਰ ਵਿਰੋਧੀਆਂ ਨੂੰ ਪਤਾ ਲੱਗ ਗਿਆ ਕਿ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਆਇਆ। ਕੁਝ ਨਾ ਕੁਝ ਇਹਨਾਂ ਦੇ ਮਨਾਂ 'ਚ ਗੁਰੂ ਲਈ ਸਤਿਕਾਰ ਪੈਦਾ ਹੋਣਾ ਹੈ। ਵਿਰੋਧੀਆਂ ਨੇ ਉਹ ਪ੍ਰੋਪੋਗੰਡਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਧਿਆਨ ਦੇਣਾ ਹੈ, ਇਕਾਗਰਤਾ ਬਖਸ਼ਿਓ, ਇਹਨਾਂ ਗੱਲਾਂ ਨੂੰ ਨੋਟ ਕਰਿਓ। ਜੇ ਕੋਈ 300 ਸਾਲਾ ਆਪਾਂ ਮਨਾਇਆ ਤੇ ਆਪਾਂ ਇਹ ਆਵਾਜ਼ ਮਾਰ ਦਿੱਤੀ ਕਿ ਪੀਓ ਪੌਲ ਖੰਡੇ ਧਾਰ ਹੋਏ ਜਨਮ ਸੇ ਲਾ, ਅਸੀਂ ਸਾਰੇ ਸਿੱਖ ਪੰਥ ਨੂੰ ਅੰਮ੍ਰਿਤਧਾਰੀ ਬਣਾਉਣਾ ਹੈ। ਆਪਾਂ ਤੇ ਨਾਰਾ ਲਾ ਕੇ ਸੌਂ ਗਏ ਤੇ ਵਿਰੋਧੀ ਖੜੇ ਹੋ ਗਏ ਕਿਤੇ ਸਾਰੇ ਖਾਲਸੇ ਨਾ ਬਣ ਜਾਣ। ਉਹਨਾਂ ਨੇ ਸਾਡੇ ਵਿੱਚ ਭੇਡਾਂ ਵਾੜ ਦਿੱਤੀਆਂ। ਹੁਣ ਫਿਰ ਆਪਾਂ ਅਕਾਲ ਤਖਤ ਸਾਹਿਬ ਤੋਂ ਆਵਾਜ਼ ਦਿੱਤੀ ਆ ਕਿ 400 ਸਾਲਾ ਆਪਾਂ ਵੱਡੇ ਪੱਧਰ ਤੇ ਮਨਾਉਣਾ ਵਾ। ਤੇ ਜਿਹੜੇ ਗੁਰੂ ਡੰਮ ਵਾਲੇ ਨੇ ਉਹਨਾਂ ਨੂੰ ਤੇ ਪੀੜ ਪੈ ਵੀ ਗਈ।
ਉਹਨਾਂ ਨੇ ਤੇ ਇੱਕ ਕਿਤਾਬ ਲਿਖ ਵੀ ਦਿੱਤੀ ਆ, ਪੁਰਖ ਗੁਰੂ। ਕੀ ਲਿਖਦੀ ਆ? ਪੁਰਖ ਗੁਰੂ। ਨਾਮਧਾਰੀਆਂ ਨੇ ਕਿਤਾਬ ਲਿਖ ਦਿੱਤੀ ਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਮੁਕਾਬਲੇ ਤੇ ਜਿਹੜੇ ਉਹ ਇਹ ਗੱਲ ਕਹਿੰਦੇ ਨੇ ਕਿ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਹੀਂ, ਪੁਰਖ ਗੁਰੂ ਨੂੰ ਵਡਿਆਈ ਦੇ ਕੇ ਗਏ ਨੇ। ਭਾਵੇਂ ਉਸ ਕਿਤਾਬ ਦੇ ਉੱਤੇ ਬੈਨ ਅਕਾਲ ਤਖਤ ਸਾਹਿਬ ਵੱਲੋਂ ਲੱਗ ਗਿਆ, ਉਹਨਾਂ ਆਣ ਕੇ ਮਾਫੀ ਮੰਗ ਲਈ ਆ, ਮਗਰ ਵਿਰੋਧੀ ਇੱਕ ਤੇ ਨਾਮਧਾਰੀਆਂ ਦਾ ਤੇ ਪਤਾ ਲੱਗ ਗਿਆ। ਹੋਰ ਕਿੰਨੇ ਵਿਰੋਧੀ ਨੇ ਜਿਨ੍ਹਾਂ ਪਿਆਰੇ ਭਨਿਆਰੇ ਵਰਗਿਆਂ ਨੂੰ ਹਵਾਵਾਂ ਦੇ ਕੇ ਗ੍ਰੰਥ ਵੀ ਲਿਖਵਾ ਦਿੱਤੇ ਨੇ ਬਰਾਬਰ ਤੇ। ਮਗਰ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਆਪੋ ਆਪਣੇ ਘਰਾਂ ਵਿੱਚ ਸੰਚੀਆਂ ਤੇ ਇੱਕ ਇੱਕ ਸਹਿਜ ਪਾਠ ਰੱਖੋ। ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਪੜੋ ਕਿ ਤੁਹਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਿੰਨੇ ਹੀਰੇ, ਕਿੰਨਾ ਸੁੰਦਰ ਬਚਨ ਲਿਖਿਆ ਵਾ, ਗੁਰ ਸਾਗਰ। ਗੁਰ, ਫੇਰ ਬੋਲੋ ਸਾਰੇ ਗੱਜ ਕੇ, ਗੁਰ ਗੁਰੂ ਕੀ ਆ? ਸਾਗਰ ਆ, ਸਮੁੰਦਰ ਆ। ਆਖਿਆ ਜੀ ਕਾਹਦਾ? ਕਹਿੰਦੇ ਰਤਨਾ ਭਰਪੂਰੇ। ਰਤਨਾ ਤੂੰ ਸਾਗਰੋ ਰਤਨਾਗਰੋ ਹਉ ਸਾਰ ਨਾ ਜਾਣਾ ਤੇਰੀ। हे ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿੱਡਾ ਬਦ ਨਸੀਬ ਹੋਊਗਾ ਜਿਹਦੇ ਕੋਲ ਸਮੁੰਦਰ ਹੋਊਗਾ ਹੀਰਿਆਂ ਮੋਤੀਆਂ ਦਾ ਭਰਿਆ, ਤੇ ਉਹ ਕੰਗਲਿਆਂ ਵਾਂਗ ਲੋਕਾਂ ਦੇ ਅੱਗੇ ਹੱਥ ਜੋੜ ਕੇ ਨਾਮ ਮੰਗਦਾ ਫਿਰਦਾ ਹੈ। ਤੇਰੇ ਸਿੱਖ ਨੂੰ ਅੱਜ ਕੀ ਭਟਕਣਾ ਲੱਗੀ ਆ? ਤੇਰਾ ਸਿੱਖ ਕਿਉਂ ਭਿਖਾਰੀ ਬਣ ਗਿਆ ਹੈ? ਤੂੰ ਸਾਗਰੋ ਰਤਨਾਗਰੋ। हे ਮੇਰੇ ਸਤਿਗੁਰੂ, ਮੈਂ ਕਿੰਨਾ ਬਦ ਨਸੀਬ ਆ ਕਿ ਤੂੰ ਰਤਨਾ ਦਾ ਭਰਿਆ, ਮੇਰੇ ਕੋਲ ਇਹੋ ਜਿਹਾ ਸਾਗਰ ਹੋਵੇ ਜਿਹਦਾ ਇੱਕ ਇੱਕ ਸ਼ਬਦ ਜਗਤ ਦਾ ਭਲਾ ਕਰ ਸਕਦਾ ਵਾ, ਤੇ ਮੈਂ ਪੰਜ ਪੰਜ ਸ਼ਬਦ ਲੋਕਾਂ ਕੋਲੋਂ ਉਧਾਰੇ ਮੰਗਦਾ ਫਿਰਦਾ। ਮੈਂ ਪੰਜਾਂ ਪੰਜਾਂ ਸ਼ਬਦਾਂ ਲਈ ਆਪਣਾ ਦੀਨ ਅਮਾਨ ਵੇਚਦਾ ਫਿਰਦਾ। ਤੇ ਮੇਰਾ ਸਤਿਗੁਰੂ ਕਿਰਪਾ ਕਰੇ, ਆ ਨੌਜਵਾਨ ਬੱਚੇ, ਬੱਚੀਆਂ, ਭੈਣਾਂ, ਵੀਰ, ਗੁਰਸਿੱਖ ਪਿਆਰੇ ਜਿੰਨੇ ਸਤਸੰਗੀ ਤੁਸੀਂ ਬੈਠੇ ਹੋ, ਮੇਰੀ ਹੱਥ ਜੋੜ ਕੇ ਬੇਨਤੀ ਜੇ, ਘਰ ਘਰ ਵਿੱਚ ਸਹਿਜ ਪਾਠ ਰੱਖੋ ਤੇ ਆਉਂਦੇ ਸਾਲ ਤੱਕ ਭਾਵੇਂ ਇੱਕ ਇੱਕ ਅੰਗ ਪੜੋ। ਉਸ ਇੱਕ ਇੱਕ ਅੰਗ ਨੂੰ ਗੁਰੂ ਅੱਗੇ ਜੋਦੜੀ ਕਰੋ। हे ਮੇਰੇ ਸਤਿਗੁਰੂ ਕਿਰਪਾ ਕਰ, ਜਿਹੜਾ ਮੈਂ ਇੱਕ ਅੰਗ ਪੜਿਆ ਵਾ, ਮੇਰੇ ਸਤਿਗੁਰੂ ਤੇਰੇ ਤੋਂ ਵੱਡਾ ਕੌਣ ਹੋ ਸਕਦਾ ਹੈ? ਕਿਰਪਾ ਨਿਧ ਨਿਧੋ ਬਸੋ ਹਰ ਨੀਤ, ਮੇਰੇ ਹਿਰਦੇ ਵਿੱਚ ਵਸੋ ਤੈਸੀ ਬੁੱਧ ਕਰੋ ਪ੍ਰਗਾਸਾ, ਲਾਗੇ ਪ੍ਰਭ ਸੰਗ ਪ੍ਰੀਤ। हे ਮੇਰੇ ਮਾਲਕ, ਮੈਨੂੰ ਐਸੀ ਬੁੱਧੀ ਪ੍ਰਕਾਸ਼ ਕਰੋ ਕਿ ਮੈਨੂੰ ਅਸਲੀ ਗੱਲ ਦਾ ਪਤਾ ਲੱਗੇ ਕਿ ਸੰਸਾਰ ਵਿੱਚ ਮੈਂ ਕਿਤਨਾ ਜੀਣਾ ਹੈ। ਮੇਰੀ ਹੱਥ ਜੋੜ ਕੇ ਬੇਨਤੀ ਨੂੰ ਪ੍ਰਵਾਨ ਕਰ ਲਿਓ। ਜਿਹੜੇ ਜਿਹੜੇ ਗੁਰਮੁਖੀ ਪੜ ਸਕਦੇ ਜੇ ਆਪੋ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਸਹਿਜ ਪਾਠ ਆਰੰਭ ਕਰੀਏ। ਜੇ ਬਹੁਤੀ ਜਲਦੀ ਨਹੀਂ ਹੋ ਸਕਦਾ, ਆਉਂਦੇ ਸਾਲ ਤੱਕ ਤੇ ਪਾਵਾਂਗੇ ਹੀ। 2-2 4-4 ਅੰਗ ਰੋਜ਼ ਦੇ ਪੜੋ, 5-5 ਅੰਗ ਰੋਜ਼ ਦੇ ਪੜੋ। ਸਵੇਰੇ ਪੜ ਜੋ, ਸ਼ਾਮ ਨੂੰ ਪੜੋ ਆਣ ਕੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਦਾ 400 ਸਾਲਾ ਮਨਾਉਣ ਤੱਕ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਇੱਕ ਵਾਰ ਪੂਰਨ ਤੌਰ ਤੇ ਆਪ ਦੀਦਾਰ ਕਰੋ। ਅਜੇ ਤੇ ਪਾਠੀਆਂ ਨੂੰ ਪੈਸੇ ਦੇ ਕੇ ਕੰਮ ਸਾਰ ਲਿਆ ਵਾ, ਆਪਣੇ ਗੁਰੂ ਦੇ ਆਪ ਦੀਦਾਰ ਕਰੀਏ, ਦਰਸ਼ਨ ਪਰਸੀਏ, ਗੁਰੂ ਕੇ ਜਨਮ ਮਰਨ ਦੁੱਖ ਜਾਏ। ਆਓ ਜਰਾ ਬਾਬਾ ਫਰੀਦ ਜੀ ਦੇ ਬਚਨ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਫਰੀਦਾ ਦਰ ਦਰਵਾਜੇ ਜਾਏ ਕੈ, ਕਿਉਂ ਜਿੱਥੋਂ ਕੜੀਆਲ। ਇਹ ਨਿਦੋਸਾਂ ਮਾਰੀਐ, ਹਮ ਦੋਸਾਂ ਦਾ ਕਿਆ ਹਾਲ। ਘੜੀਏ ਘੜੀਏ ਮਾਰੀਐ, ਪਹਿਰੀ ਲਹਿ ਸਜਾਏ। ਵੇਖੋ ਬਾਬਾ ਜੀ ਦਾ ਕੱਲ ਵਾਲਾ ਬਚਨ ਆਪ ਜੀ ਨੇ ਸੁਣਿਆ ਸੀ ਕਿ ਦਰ ਦਰਵਾਜੇ ਜਾਏ ਕੇ, ਬੋਲੋ ਦਰ ਦਰਵਾਜੇ ਕਿਉਂ ਡਿਠੋ ਘੜਿਆਲ। ਵੇਖਿਆ ਜੇ ਕਦੀ? ਇਹ ਨਦੋਸ਼ਾ ਮਾਰੀਏ, ਇਹਨੂੰ ਨਦੋਸ਼ੇ ਨੂੰ ਮਾਰ ਪੈਂਦੀ। ਹਮ ਦੋਸ਼ਾਂ ਦਾ ਕਿਆ? ਅਸੀਂ ਦੋਸ਼ੀ ਜਿਹੜੇ ਆ, ਅਸੀਂ ਕਿੰਨੇ ਕੁ ਦੋਸ਼ ਕੀਤੇ ਨੇ? ਆਪਣੇ ਆਪ ਨੂੰ ਪੁੱਛੋ। ਦਾਗ ਦੋਸ਼ ਮੂੰਹ ਚੱਲਿਆ ਲਾਏ, ਦਰਗੇ ਬੈਸਨ ਨਾਈ ਜਾਏ, ਜੇਤਾ ਮੋਹ ਪ੍ਰੀਤ ਸਵਾਦ। ਆਪਾਂ ਕਹਿੰਦੇ ਜੀ ਮੈਂ ਕਿਹੜਾ ਦੋਸ਼ ਕੀਤਾ ਹੈ? ਜਿੰਨਾ ਮੋਹ ਆ ਇਹ ਵੀ ਦੋਸ਼ ਆ, ਜਿੰਨੀ ਪ੍ਰੀਤੀ ਸੰਸਾਰ ਨਾਲ ਇਹ ਵੀ ਦੋਸ਼ ਆ, ਤੇ ਜਿੰਨੇ ਜੀਭਾ ਦੇ ਸਵਾਦ ਲਈ ਰਸ ਮਾਣੇ ਜੇ ਇਹ ਵੀ ਦੋਸ਼ ਨੇ। ਜੇਤਾ ਮੋਹ, ਬੋਲੋ ਜੇਤਾ ਪ੍ਰੀਤ ਸਵਾਦ, ਇਹ ਤਿੰਨ ਗੱਲਾਂ ਗਿਣ ਗਏ ਮੇਰੇ ਗੁਰੂ ਨਾਨਕ ਪਾਤਸ਼ਾਹ। ਜਿੰਨਾ ਮੋਹ ਪ੍ਰੀਤੀ ਤੇ ਸਵਾਦ ਆ ਨਾ ਲਾਏ ਤੂੰ ਮੂੰਹ ਨੂੰ, ਇਹ ਸਭਾ ਕਾਲਖ ਦਾਗਾ ਦਾਗ। ਇਹ ਤੇਰੇ ਮੂੰਹ ਦੇ ਉੱਤੇ ਕਾਲਖ ਦੇ ਦਾਗ ਲੱਗ ਗਏ ਨੇ। ਤੇ ਜਿਨ੍ਹਾਂ ਦੇ ਮੂੰਹ ਦੇ ਉੱਤੇ ਕਾਲਖ ਲੱਗੀ ਹੋਵੇ, ਜਿਨ੍ਹਾਂ ਦਾ ਮੂੰਹ ਕਾਲਾ ਹੋਵੇ, ਉਹਨੂੰ ਚੰਗੇ ਲੋਕੀ ਕੋਲ ਨਹੀਂ ਬਹਿਣ ਦਿੰਦੇ। ਇੱਕ ਵਾਰ ਪਿੰਡ ਦੇ ਵਿੱਚ ਕਿਸੇ ਨੇ ਬੱਜਰ ਗਲਤੀ ਕਰਤੀ ਹੋਵੇ ਤੇ ਆਪਾਂ ਸਭ ਤੋਂ ਵੱਡੀ ਸਜ਼ਾ ਉਹਨੂੰ ਕੀ ਦਿੰਦੇ ਸਾਂ? ਮੂੰਹ ਕਾਲਾ ਕਰਾ ਕੇ ਖੋਤੇ ਤੇ ਚੜਾਉਣਾ। ਤੇ ਫਿਰ ਸਾਰੀ ਉਮਰ ਲਈ ਪਿੰਡ ਦੇ ਲੋਕਾਂ ਨੇ ਉਹਦੇ ਦਾਦਿਆਂ ਪੜਦਾਦਿਆਂ ਤੱਕ ਯਾਦ ਰੱਖਣਾ, ਪੋਤਰਿਆਂ ਤੱਕ ਯਾਦ ਰੱਖਣਾ ਕਿ ਇਹਦੇ ਦਾਦੇ ਦਾ ਮੂੰਹ ਕਾਲਾ ਕੀਤਾ ਸੀ, ਤੇ ਇਹਦੇ ਨਾਲ ਮੇਲ ਵਰਤਨ ਨਹੀਂ ਰੱਖਣਾ। ਮੇਰੇ ਸਤਿਗੁਰੂ ਕਹਿੰਦੇ ਜਿੰਨੇ ਮੋਹ ਤੇ ਪ੍ਰੀਤੀ ਸਵਾਦਾਂ ਦੇ ਵਿੱਚ ਤੂੰ ਪਿਆ ਵਾ, ਇਹ ਤੇਰੇ ਮੂੰਹ ਦੇ ਉੱਤੇ ਦਾਗ ਲੱਗਦੇ ਜਾਂਦੇ ਹੀ। ਤੇ ਮੇਰੇ ਸਾਹਿਬ ਜੀ ਕਹਿੰਦੇ ਇਹ ਨਦੋਸ਼ਾ ਮਾਰੀਏ, ਹਮ ਦੋਸ਼ਾਂ ਦਾ
ਸਾਡਾ ਕੀ ਹਾਲ ਹੋਣਾ ਹੈ ਅੱਗੇ, ਕਿੰਨੀ ਮਾਰ ਪੈਣੀ ਉਸ ਨਿਰੰਕਾਰ ਦੇ ਘਰ ਵਿੱਚ ਜਾ ਕੇ। ਡਰਿਆ ਕਰੋ। ਥਰ ਹਰ ਕੰਪੇ ਬਾਲਾ ਜੀਓ, ਕਿਆ ਜਾਣਾ ਕਿਆ ਕਰਸੀ ਪੀਓ। ਥਰ ਥਰ ਕੰਬਦੀ ਹੈ ਜੀਵ ਆਤਮਾ, ਪਤਾ ਨਹੀਂ ਉਸ ਘਰ ਵਿੱਚ ਜਾ ਕੇ ਕਿੰਨੀ ਸਜ਼ਾ ਮਿਲਣੀ। ਮਗਰ ਜਿਨ੍ਹਾਂ ਨੂੰ ਜਾਗ ਆਈ, ਜਿਨ੍ਹਾਂ ਨੂੰ ਪਤਾ ਹੈ ਕਿ ਕਿਤੇ ਜਾਣਾ ਹੈ, ਜਿਹੜੇ ਬੇਪਰਵਾਹ ਹੋ ਕੇ ਕਹਿੰਦੇ ਕਿਤੇ ਵੀ ਨਹੀਂ ਜਾਣਾ, ਉਹਨਾਂ ਨੂੰ ਕਾਹਦਾ ਹੈ? ਇਹ ਤੇ ਉਦੋਂ ਪਤਾ ਲੱਗਣਾ ਜਦੋਂ ਫੜੇ ਗਏ। ਹੁਣ ਮੇਰੇ ਸਤਿਗੁਰੂ ਜੀ ਅਗਲੇ ਸ਼ਲੋਕ ਵਿੱਚ ਕਹਿੰਦੇ ਨੇ, ਫਰੀਦਾ ਇਹਨੂੰ ਵੇਖ ਘੜੀ ਘੜੀ ਪਿੱਛੋਂ, ਪੈਰ ਪੈਰ ਪਿੱਛੋਂ। ਆਪ ਜੀ ਨੂੰ ਪਤਾ ਵਾ ਕਈ 4 ਪੈਰ ਪਿੱਛੋਂ ਵੱਜਦਾ ਸੀ ਉਹ ਟੱਲ ਜਿਹੜਾ ਖੜਕਦਾ ਸੀ, ਕਿਸੇ ਨੂੰ 1 ਘੰਟੇ ਬਾਅਦ ਵੱਜਦਾ ਸੀ। ਘੜੀਏ ਘੜੀਏ ਮਾਰੀਏ ਪੈਰੀ ਲੈ ਸਜਾਏ। ਕਿਤੇ ਪੈਰਾਂ ਕਰਕੇ ਸਜ਼ਾ ਮਿਲਦੀ, ਕਿਤੇ ਘੰਟਿਆਂ ਬਾਅਦ ਉਹਨੂੰ ਸਜ਼ਾ ਮਿਲਦੀ, ਜਿਹੜਾ ਟੱਲ ਬੂਹੇ ਦੇ ਅੱਗੇ ਟੰਗਿਆ ਹੈ। ਹਾਂਜੀ। ਸੋ ਹੇੜਾ ਘੜੀਆਲ ਜਿਉ, ਦੁਖੀ ਰਹਿਣ ਵਿਹਾਏ। ਇਹ ਵਿਸ਼ਾ ਚੱਲ ਰਿਹਾ, ਇਹ ਵਿਸ ਗੰਦਲਾਂ ਦਾ। ਬਾਬਾ ਜੀ ਕਹਿੰਦੇ ਨੇ ਜਿਨ੍ਹਾਂ ਨੇ ਵਿਸ ਗੰਦਲਾਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਬਰਬਾਦ ਕਰ ਲਿਆ, ਜਿਸ ਤਰ੍ਹਾਂ ਉਹ ਮਾਰ ਖਾਂਦਾ ਤੇ ਦੁਖੀ ਹੁੰਦਾ ਵਾ, ਸੋ ਹੇੜਾ, ਹੇੜਾ ਮੈਨੇ ਸਰੀਰ, ਉਹ ਸਰੀਰ ਵੀ ਰੋਗਾਂ ਦੇ ਵਿੱਚ ਪੈ ਕੇ, ਦੁੱਖਾਂ ਵਿੱਚ, ਮੋਹ ਵਿੱਚ ਪੈ ਕੇ, ਕਲੇਸ਼ਾਂ ਵਿੱਚ ਪੈ ਕੇ ਇਸ ਤਰ੍ਹਾਂ ਹੀ ਦੁਖੀ ਹੁੰਦਾ ਜਿਸ ਤਰ੍ਹਾਂ ਉਹ ਟੱਲ ਦੁਖੀ ਮਾਰ ਖਾ ਕੇ ਹੁੰਦਾ। ਸੋ ਹੇੜਾ ਘੜਿਆਲ ਜਿਉਂ, ਉਸ ਘੜਿਆਲ ਵਾਂਗ ਉਹ ਸਰੀਰ ਵੀ ਦੁਖੀ ਰਹਿੰਦਾ ਹੈ। ਦੁਖੀ ਰਹਿਣ ਵਿਹਾਏ। ਉਹਨਾਂ ਦੇ ਵੀ ਜੀਵਨ ਦੀ ਰਾਤ, ਜਿਸ ਤਰ੍ਹਾਂ ਉਹ ਵਿਚਾਰਾ ਕਦੀ ਇਧਰੋਂ ਮਾਰ ਖਾਂਦਾ, ਕਦੀ ਇਧਰੋਂ ਮਾਰ ਖਾਂਦਾ ਹੈ। ਇਹ ਕਦੀ ਪੁੱਤ ਵੱਲੋਂ ਪਰੇਸ਼ਾਨ ਹੋ ਗਿਆ, ਕਦੀ ਧੀਆਂ ਵੱਲੋਂ, ਕਦੀ ਨਹੁੰਆਂ ਵੱਲੋਂ, ਕਦੀ ਪੋਤਰਿਆਂ ਵੱਲੋਂ, ਕਦੀ ਕਾਰੋਬਾਰ ਵੱਲੋਂ। ਇਹ ਸਾਰਾ ਜੀਵਨ ਜੀਵ ਦੁਖੀ ਰਹਿੰਦਾ ਹੈ, ਜਿਸ ਤਰ੍ਹਾਂ ਉਹ ਟੱਲ ਮਾਰ ਖਾ ਕੇ ਦੁਖੀ ਰਹਿੰਦਾ ਹੈ। ਸੋ ਹੇੜਾ, ਹੇੜਾ ਮੈਨੇ ਸਰੀਰ, ਘੜਿਆਲ ਜਿਉਂ, ਉਸ ਘੜਿਆਲ ਵਾਂਗ ਦੁਖੀ ਰਹਿਣ ਵਿਹਾਏ। ਇਹਦੇ ਜੀਵਨ ਦੀ ਰਾਤ ਵੀ ਸਾਰੀ ਦੁੱਖਾਂ ਵਿੱਚ ਬੀਤ ਜਾਂਦੀ ਹੈ ਜੀ। ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇਹ। ਇਹ ਹੁਣ ਜੀਵਨ ਦਾ ਇਹ ਪਹਿਲੂ ਅਗੇੜਿਆ ਹੈ ਕਿ ਇੱਕ ਦਿਨ ਬੰਦਿਆਂ ਤੂੰ ਬੁੱਢਿਆਂ ਹੋ ਜਾਣਾ ਹੈ। ਆਖੋ ਸਤਨਾਮ ਸ੍ਰੀ। ਤੇ ਉਦਣ ਕੀ ਹੋਣਾ ਹੈ? ਉਦਣ ਹੱਥ ਇਤਨਾ ਇਤਨਾ, ਸਿਰ ਕੰਪਿਓ ਤੇ ਪੱਗ ਡਗਮਗੇ ਦਾ ਮਤਲਬ ਡਗਮਗਾ ਗਏ। ਰੱਖਣੇ ਕਿਤੇ ਚਾਹੁੰਦਾ ਸੀ, ਰੱਖੇ ਕਿਤੇ ਗਏ। ਗੱਡੀ ਤੇ ਚੜ੍ਹਨ ਲੱਗਾ, ਪੈਰ ਰੱਖ ਕੇ ਉੱਤੇ ਪੈਰ ਉੱਥੇ ਰੱਖਿਆ ਨਹੀਂ ਗਿਆ, ਪੈਰ ਡਗਮਗਾ ਗਏ, ਸਿਰ ਕੰਬਣ ਲੱਗ ਪਿਆ। ਤੀਸਰਾ ਕਹਿੰਦੇ ਨੈਣ ਜੋਤ ਤੇ ਅੱਖਾਂ ਜੋਤਨਾ ਤੋਂ ਹੀਣੀਆਂ ਹੋ ਗਈਆਂ। ਤੂੰ ਦੱਸ ਫਿਰ ਬੰਦਿਆ, ਕਹੋ ਨਾਨਕ ਇਹ ਬਿੱਧ ਪਈ ਜਦੋਂ ਇਹ ਤੇਰੀ ਹਾਲਤ ਹੋ ਗਈ। ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਣ ਜਦੋਂ ਇਹ ਤੇਰੀ ਹਾਲਤ ਹੋ ਗਈ। ਕਹੋ ਨਾਨਕ ਇਹ ਬਿੱਧ ਪਈ, ਫਿਰ ਤਊ ਨਾ ਹਰ ਰਸ ਲੀਨ। ਕਿਤਨਾ ਹਰੀ ਦੇ ਰਸ ਵਿੱਚ ਲੀਨ ਹੋਏਗਾ। ਫਿਰ ਗਲੇ ਦੀ ਬਲਗਮ ਕਰੇਗਾ ਦੂਰ, ਕਿ ਆਪਣੇ ਸਰੀਰ ਦੀਆਂ ਪੀੜਾਂ ਬਾਹਾਂ ਘੁੱਟੇਗਾ, ਕਿ ਸਿਰ ਦਰਦ ਦੂਰ ਕਰੇਗਾ, ਕਿ ਅੱਖਾਂ ਨਾਲ ਗੁਰੂ ਸਾਹਿਬ ਦੇ ਦਰਸ਼ਨ ਕਰ ਲੈ, ਕਿਤਨਾ ਕਰ ਲੇਗਾ। ਕਹੋ ਨਾਨਕ ਇਹ ਬਿੱਧ ਭਈ ਤਊ ਨਾ ਹਰ ਰਸ ਲੀਨ। ਉਦੋਂ ਹਰੀ ਦੇ ਰਸ ਵਿੱਚ ਲੀਨ ਨਹੀਂ ਹੋਇਆ ਜਾਣਾ। ਜੇ ਕੁਝ ਕਰ ਸਕਦਾ ਤੇ ਹੁਣ ਕਰ। ਨੈਣੋ ਨੀਰ ਬਹੇ ਤਨ ਖੀਨਾ, ਅੱਖਾਂ ਚੋਂ ਪਾਣੀ ਵਗ ਗਿਆ, ਤਨ ਕਮਜ਼ੋਰ ਹੋ ਗਿਆ। ਨੈਣੋ ਨੀਰ ਬਹੇ ਤਨ ਖੀਨਾ, ਭੈ ਕੇਸ ਦੁੱਧ ਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ। ਹੁਣ ਕੀ ਕਰੇਗਾ? ਮੇਰੇ ਸਤਿਗੁਰੂ ਪਾਤਸ਼ਾਹ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਬੁੱਢਾ ਹੋਆ ਸ਼ੇਖ ਫਰੀਦ। ਤੇ ਬੁੱਢਾ ਹੋਣ ਦੇ ਨਾਲ ਕੀ ਹੋਇਆ? ਫਿਰ ਕੰਬਣ ਲੱਗੀ ਦੇ। ਇਹ ਸਰੀਰ ਕੰਬਣ ਲੱਗ ਪਈ, ਹੱਥ ਕੰਬਣ ਲੱਗ ਪਏ, ਪੈਰ ਕੰਬਣ ਲੱਗ ਪਏ, ਜੀਭਾ ਕੰਬਣ ਲੱਗ ਪਈ, ਸਾਰਾ ਜੀਵਨ ਬਰਬਾਦ ਹੋ ਗਿਆ। ਹਾਂਜੀ। ਜੇ ਸੋ ਵਧਿਆ ਜੀਵਣਾ, ਤਨ ਹੋਤੀ ਖੇ। ਨਾਲ ਹੀ ਕਹਿ ਦਿੱਤਾ ਹੈ ਕਿ ਬੰਦਿਆ ਇਹ ਗੱਲ ਨੋਟ ਕਰ ਲਈ, ਕਿੰਨੀ ਕੁ ਦੂਰ ਆਪਾਂ ਕਹਿੰਦੇ ਨੇ 100 ਹੱਥ ਰੱਸਾ ਤੇ ਸਿਰੇ ਤੇ ਗੰਢ। ਇੱਕ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਤੂੰ ਕਦੀ ਸੋਚ, ਰੇ ਮਨ ਰਾਮ ਸਿਉ ਕਰ ਪ੍ਰੀਤ। ਬੋਲੋ ਰੇ ਮਨ। ਭਈ ਰਸ ਵਿੱਚ ਆਣ ਕੇ ਆਖਿਆ ਕਰੋ, ਰੇ ਮਨ ਰਾਮ ਸਿਉ ਕਰ। ਚਲੋ ਇਤਨਾ ਪੜ ਲਓ, ਰਾਮ ਸਿਉ ਕਰ ਪ੍ਰੀਤ, ਰੇ ਮਨ ਰਾਮ ਸਿਉ ਕਰ ਪ੍ਰੀਤ। ਰਾਮ ਸਿਉ ਕਰ ਪ੍ਰੀਤ, ਗੱਜ ਕੇ ਮਨ ਰਾਮ ਸਿਉ ਕਰ ਪ੍ਰੀਤ। ਰਾਮ ਸਿਉ ਕਰ ਪ੍ਰੀਤ, ਰਾਮ ਸਿਉ ਕਰ ਪ੍ਰੀਤ। ਰਾਮ ਸਿਉ ਕਰ ਪ੍ਰੀਤ, ਰਾਮ ਸਿਉ ਕਰ ਪ੍ਰੀਤ। ਤੇ ਸਾਹਿਬ ਨੂੰ ਪੁੱਛਿਆ, ਮਹਾਰਾਜ ਕਿਤਨਾ ਕਰੀਏ? ਕਹਿੰਦੇ ਸਰਵਣ ਗੋਬਿੰਦ ਗੁਣ ਸੁਣੋ,
ਸਰਵਣ ਇਸ ਤਰ੍ਹਾਂ ਕਰੋ ਪ੍ਰੀਤੀ ਕੰਨਾਂ ਨਾਲ ਗੋਬਿੰਦ ਦੇ ਗੁਣ ਸੁਣੋ ਅਰ ਗਾਓ ਰਸਨਾ ਗੀਤ। ਅੱਗੇ ਜਾ ਕੇ ਜਿਹੜਾ ਮੈਂ ਬਚਨ ਆਪ ਜੀ ਨੂੰ ਕਹਿਣ ਲੱਗਾ ਸਾ, ਕਾਲ ਬਿਆਲ ਜਿਉ ਪਰਿਓ ਡੋਲੇ ਮੁਖ ਪਸਾਰੇ ਮੀਤ। ਉਹ ਜਿਹੜਾ ਕਾਲਿਆ ਤੇਰੇ ਵੱਲ ਮੂੰਹ ਅੱਡ ਕੇ ਤੁਰਿਆ ਆ ਰਿਹਾ ਹੈ, ਆਜ ਕਾਲ ਫੁੰਨ ਤੋਹੇ ਗਰਸ ਹੈ, ਜੇ 100 ਵਰਿਆਂ ਜੀਵਣਾ ਪੀਤਨ ਹੋਸੀ। ਉਹ ਤੇਰੇ ਵੱਲ ਨੂੰ ਜਿਹੜਾ ਕਾਲ ਮੂੰਹ ਅੱਡ ਕੇ ਤੁਰਿਆ ਆਉਂਦਾ ਹੈ, ਅੱਜ ਜਾਂ ਕੱਲ ਉਹਨੇ ਤੈਨੂੰ ਗਰਸ ਜਾਣਾ ਹੈ, ਉਹਨੇ ਤੈਨੂੰ ਖਾ ਜਾਣਾ ਹੈ। ਕਾਲ ਤੋਂ ਪਹੁੰਚਿਓ ਆਣ, ਕਾਲ ਤੋਂ, ਫਿਰ ਬੋਲੋ ਕਾਲ ਤੋਂ ਕਹਾਂ ਜੈ ਭਾਜਰੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕੋ ਆਪਾਂ ਕਹਿੰਦੇ ਕਿੱਥੇ ਭਾਜੇਗਾ, ਪੁਲਿਸ ਤੇ ਆ ਗਈ। ਇਸ ਤਰ੍ਹਾਂ ਹੀ ਮੇਰੇ ਸਾਹਿਬ ਜੀ ਕਹਿੰਦੇ ਕਾਲ ਤੇ ਆਣ ਕੇ ਸਿਰ ਤੇ ਡੰਕਾ ਵਜਾ ਦਿੱਤਾ ਵਾ। ਗੁਰਮੁਖਾ ਪਿਆਰਿਆ ਕਿਤਨਾ ਕਿੱਥੇ ਭੱਜ ਜਾਏਗਾ, ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ ਖੇ। ਜੇ 100 ਵਰਿਆਂ ਤੱਕ ਵੀ ਜੀਵਨ ਹੋਵੇ, ਆਖਰ ਵੀ ਤੇ ਗੁਰੂ ਦਿਆ ਪਿਆਰਿਆ ਇਹ ਸਰੀਰ ਇੱਕ ਦਿਨ ਖੇ ਹੋ ਹੀ ਜਾਣਾ ਹੈ, ਇਹਨੇ ਮਰ ਹੀ ਜਾਣਾ ਹੈ। ਇਹ ਲੋਕਾਂ ਆਪੋ ਆਪਣੀ ਮੈਂ ਆਪਣੀ ਇੰਨੀ ਲੋਇਣੀ ਦੇਖਦੇ ਆ, ਕਿਤੀ ਚੱਲ ਗਈ ਇਹਨਾਂ ਦੇ ਅੱਖਾਂ ਦੇ ਸਾਹਮਣੇ ਤੇਰੇ ਸਾਹਮਣੇ ਕਿੰਨੇ ਚਲੇ ਗਏ, ਭੈਣ ਭਾਈ ਸੱਜਣ ਮਿੱਤਰ ਚਾਚੇ ਤਾਏ ਕਿੰਨੇ ਤੇਰੇ ਅੱਖਾਂ ਦੇ ਕੋਲੋਂ ਚਲੇ ਗਏ। ਇੱਕ ਥਾਂ ਤੇ ਹੋਰ ਸਾਹਿਬ ਕਹਿੰਦੇ ਆਖੋ ਸਤਨਾਮ ਸ੍ਰੀ ਬਾਬਾ ਕਬੀਰ ਜੀ ਕਹਿੰਦੇ, ਕਬੀਰ ਡੂਬੋਗੇ ਰੇ ਬਾਪਰੇ ਬਹੁ ਲੋਗਣ ਕੀ ਕਾਨ, ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਬੋਲੋ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਅੱਜ ਪੜੋਸੀ ਦੇ ਘਰੋਂ ਅਰਥੀ ਉੱਠੀ ਆ, ਇਹ ਗੱਲ ਦ੍ਰਿੜ ਕਰਕੇ ਮੰਨ ਲਾ ਕਿ ਕੱਲ ਇਹ ਤੇਰੇ ਘਰੋਂ ਵੀ ਇੱਕ ਦਿਨ ਸੱਦਾ ਆਉਣਾ ਹੈ। ਚੇਤੇ ਕਰ, ਮੌਤ ਨੂੰ ਚੇਤੇ ਕਰ। ਜਿਨ੍ਹਾਂ ਨੂੰ ਮਰਨਾ ਚੇਤੇ ਆ ਗਿਆ ਉਹਨਾਂ ਨੂੰ ਰੱਬ ਚੇਤੇ ਆ ਗਿਆ। ਸਾਡਾ ਤੇ ਹਾਲਤ ਹੋ ਗਈ ਹੱਸਣਾ ਖਾਣਾ ਪੀਣਾ, ਹੱਸਣਾ ਸੌਣਾ, ਸਾਡੀ ਹਾਲਤ ਇਹ ਹੋ ਗਈ। ਅਮਰੀਕਾ ਆ ਗਏ ਆ, ਖਾਣਾ ਪੀਣਾ ਹੱਸਣਾ ਸੌਣਾ। ਆ ਫਰੀ ਮੋਡ ਜਦੋਂ ਮੈਂ ਹੁਣ ਕਥਾ ਕਰ ਰਿਹਾ, ਕਿਸੇ ਦੇ ਘਰ ਪ੍ਰਸ਼ਾਦਾ ਛਕਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਜਰਾ ਗੱਜ ਕੇ ਆਖੋ ਸਤਨਾਮ। ਤੇ ਜਿੱਥੇ ਤੁਸੀਂ ਗੱਡੀਆਂ ਖਿਲਾਰਦੇ ਹੋ ਨਾ ਗੈਰਜ ਦੇ ਵਿੱਚ, ਉਹਨਾਂ ਨੇ ਇਹ ਲੰਮਾ ਜਿਹਾ ਇੱਕ ਮੇਜ਼ ਬਣਾਇਆ ਤੇ ਉਹਦੇ 4 ਚੁਫੇਰੇ ਕੁਰਸੀਆਂ ਲਾਈਆਂ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਇਹ ਕਾਹਦੇ ਲਈ ਬਣਾਇਆ ਜੇ? ਤੇ ਹੱਸ ਕੇ ਕਹਿੰਦਾ ਜੀ ਕੋਈ ਆਊ ਜਾਂਦੇ ਨਾ ਪੀਣ ਪੂਣ ਨੂੰ ਬਣਾਇਆ। ਇਹ ਜਿਹੜਾ ਮੇਜ਼ ਆ ਪੀਣ ਪੂਣ ਨੂੰ ਲਾਇਆ। ਬਸ ਭੁੱਲ ਗਿਆ ਨਾ ਮਰਨਾ। ਪੀਣਾ ਚੇਤੇ ਆ, ਮਾਸ ਖਾਣਾ ਚੇਤੇ ਆ, ਹੱਸਣਾ ਚੇਤੇ ਆ, ਭੰਗੜੇ ਪਾਉਣੇ ਵਿਆਹਾਂ ਦੇ ਵਿੱਚ ਚੇਤੇ ਨੇ, ਮਗਰ ਇੱਕ ਗੱਲ ਭੁੱਲ ਗਈ ਕਿ ਮੇਰੀ ਇਹ ਜ਼ਿੰਦੜੀ ਹੈ, ਤੂੰ ਕਿਤੇ ਜਾ ਕੇ ਪੇਸ਼ੀ ਭਰਨੀ ਆ। ਮੇਰੀ ਇਹ ਜ਼ਿੰਦੜੀ ਹੈ, ਇੱਕ ਦਿਨ ਤੂੰ ਨਿਰੰਕਾਰ ਦੇ ਪੇਸ਼ ਹੋਣਾ ਹੈ ਜਾ ਕੇ। ਇੱਕ ਦਿਨ ਤੇਰੇ ਕੋਲੋਂ ਇੱਕ ਇੱਕ ਸਵਾਸ ਬਾਰੇ ਪੁੱਛਿਆ ਜਾਣਾ ਹੈ। ਖਾਣਾ ਪੀਣਾ ਹੱਸਣਾ ਸੌਣਾ, ਆ 4 ਗੱਲਾਂ ਗਿਣ ਗਏ ਜੇ। ਖਾਣਾ ਪੀਣਾ ਹੱਸਣਾ ਸੌਣਾ, ਹੱਸਣਾ ਚੇਤੇ, ਸੌਣਾ ਚੇਤੇ, ਖਾਣਾ ਚੇਤੇ, ਪੀਣਾ ਚੇਤੇ, ਮਗਰ ਇੱਕ ਗੱਲ ਭੁੱਲ ਗਈ, ਵਿਸਰ ਗਿਆ ਹੈ ਮਰਨਾ, ਵਿਸਰ ਗਿਆ ਹੈ ਇੱਕ ਨਾ ਮਰਨ ਨਾ ਚਿੱਤ ਆਸ ਕਨੇਰਿਆ। ਇੱਕ ਨਾ ਨੂੰ ਮਰਨਾ ਚੇਤੇ ਹੀ ਨਹੀਂ। ਉਹ ਕਹਿੰਦੇ ਨੇ ਪੋਤਰੇ ਪਾਲਣੇ ਨੇ, ਦੋਤਰੇ ਪਾਲਣੇ ਨੇ, ਪੜਦੋਤੜੇ ਪਾਲਣੇ ਨੇ, ਮੈਂ ਸੋਨੇ ਦੀ ਪੌੜੀ ਤੇ ਚੜਨਾ ਹੈ। ਪਤਾ ਨਹੀਂ ਸੋਨੇ ਦੀ ਤੇ ਚੜਨਾ ਹੈ ਕਿ ਕਾਤੇ ਚੜਨਾ ਹੈ, ਇਹ ਤੇ ਗੁਰੂ ਜਾਣਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਪਿਆਰਿਆ, ਵੇਖ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਣਾ ਭਾਵੇਂ 100 ਵਰੇ ਤੱਕ ਜੀ, ਮਗਰ ਇੱਕ ਗੱਲ ਚੇਤੇ ਰੱਖ ਲਈ ਕਿ ਭੀ ਤਨ ਹੋਸੀ। ਬਾਬਾ ਫਰੀਦ ਜੀ, ਬਾਬਾ ਕਬੀਰ ਕਹਿੰਦੇ ਨੇ, ਕਬੀਰ ਧੂਲ ਸਕੇਲ ਕੇ, ਧੂਲ ਧਕੂਲ ਦਾ ਮਤਲਬ ਮਿੱਟੀ, ਮਿੱਟੀ ਇਕੱਠੀ ਕਰਕੇ ਪੁਰੀਆ ਬਾਦੀ ਦੇ, ਇਹ ਪੁਰੀਆ ਬਾਦੀ ਦੇ, ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ। ਦਿਵਸ 4 ਕੋ ਪੇਖਣਾ ਅੰਤ ਖੇ ਕੀ ਖੇ। ਇਹ 4 ਦਿਨ ਦੀ ਪ੍ਰਾਉਣੀ ਆ, ਅੰਤੇ ਨੇ ਖੇ ਨੇ ਮਿੱਟੀ ਦੇ ਮਿੱਟੀ ਹੋ ਜਾਣਾ। ਇੱਥੇ ਬਾਬਾ ਫਰੀਦ ਜੀ ਵੀ ਕਹਿੰਦੇ ਨੇ ਕਿ ਬੁੱਢਾ ਹੋ ਗਿਆ ਵਾ, ਜੇ 100 ਵਰਿਆਂ ਜੀਵਣਾ, ਜੇ 100 ਵਰੇ ਵੀ ਭਾਵੇਂ ਕੋਈ ਜੀਂਦਾ ਰਹੇ, ਆਖਰ ਤੇ ਪਿਆਰੇ ਹੋਏ ਨੇ ਮਿੱਟੀ ਨੇ ਮਿੱਟੀ ਹੋ ਹੀ ਜਾਣਾ ਹੈ ਜੀ। ਫਰੀਦਾ ਬਾਦ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ। ਬਾਹਰ ਕਹਿੰਦੇ ਨੇ ਦਰਵਾਜ਼ੇ ਨੂੰ, ਸਮਾਂ ਹੋ ਗਿਆ ਮੇਰਾ, ਕਹਿੰਦੇ ਨੇ ਦਰਵਾਜ਼ੇ ਦੇ ਕਿਸੇ ਦੇ ਬੂਹੇ ਅੱਗੇ ਜਾ ਕੇ ਪਤਾ ਨਹੀਂ ਕਿੰਨੇ ਲੋਕੀ ਢੀਠ ਨੇ। ਗੁਰੂ ਨਾਨਕ ਪਾਤਸ਼ਾਹ ਦਾ ਘਰ ਛੱਡ ਕੇ ਜਦੋਂ ਨਾਮ ਮੰਗਣ ਜਾਂਦੇ ਨੇ, ਅਗਲੇ ਵੀ ਇਹਨਾਂ ਨੂੰ ਪੁੱਛਦੇ ਵੀ ਤੁਹਾਡੇ ਤੇ ਘਰ ਹੀ ਸਾਰੀ ਦੁਨੀਆ ਨੂੰ ਨਾਮ ਦੇਣ ਦਾ ਖਜ਼ਾਨਾ, ਤੁਸੀਂ ਕਿੱਥੋਂ ਆ ਗਏ? ਮਗਰ ਬਾਬਾ ਫਰੀਦ ਕਹਿੰਦਾ ਵਾ ਕਿ ਜਿੱਦਣ ਕਿਸੇ ਦੇ ਪਰਾਏ ਦੇ ਬੂਹੇ ਅੱਗੇ ਜਾ ਕੇ ਬਹਿਣਾ ਪਏ, ਹੇ ਖੁਦਾ ਤੈਨੂੰ ਛੱਡ ਕੇ ਕਿਸੇ ਦੇ ਬੂਹੇ ਅੱਗੇ ਜਾਣਾ ਪਏ, ਬਾਹਰ ਪਰਾਇਆ ਬੈਸਣਾ ਸਾਈਂ
हे मेरे मालक मेरे जीवन ਵਿੱਚ ਉਹ ਘੜੀ ਨਾ ਆਵੇ ਜਿੱਦਣ ਮੈਂ ਇਹ ਨਾ ਗਾਵਾਂ, ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵਖਾਲ, ਇਹ ਪਾਈ ਮੂੰ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ। हे ਮੇਰੇ ਸਤਿਗੁਰੂ ਗਰੀਬ ਨਵਾਜ, ਤੇਰੇ ਤੋਂ ਬਿਨਾ ਮੈਂ ਕਿਸੇ ਦੇ ਦਰ ਨਾ ਜਾਵਾਂ। ਮੈਂ ਗਾਇਆ ਕਰਾਂ ਸਗਲ ਦਵਾਰ ਕੋ ਛਾੜ ਕੇ, ਗਇਓ ਤੁਹਾਰੋ ਦਵਾਰ, ਬਾਏ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਂ ਸਤਿਗੁਰੂ ਗਰੀਬ ਨਵਾਜ ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਬਾਰ ਪਰਾਇਆ ਬੈਸਣਾ, ਪਰਾਏ ਦਰਵਾਜ਼ੇ ਅੱਗੇ ਜਾ ਕੇ ਬਹਿਣਾ, ਸਾਈਂ ਮੁਝੇ ਨਾ ਦੇ। हे ਮੇਰੇ ਮਾਲਕ ਮੈਨੂੰ ਇਹੋ ਜੀ ਹਾਲਤ ਨਾ ਦੇ ਕਿ ਮੈਨੂੰ ਤੇਰਾ ਘਰ ਛੱਡ ਕੇ ਕਿਸੇ ਦੇ ਦਰਵਾਜ਼ੇ ਅੱਗੇ ਜਾ ਕੇ ਬਹਿਣਾ ਪਏ। ਹਾਂਜੀ, ਜੇ ਤੂੰ ਇਹ ਵੈ ਰਖਸੀ ਜੀਓ ਸਰੀਰ ਹੋ ਲੈ। ਕਿੱਡੇ ਪਿਆਰ ਦਰਵੇਸ਼ੀ ਰੂਹ ਆ, ਕਿੰਨੀ ਰੱਬ ਦੇ ਰੱਬ ਵਿੱਚ ਰੰਗੀ ਰੂਹ ਆ। ਜੇ ਤੂੰ ਇਤਨਾ ਕਰਨਾ ਹੈ ਕਿ ਆਪਣੇ ਘਰੋਂ ਪੱਲਾ ਛਡਾ ਕੇ ਮੈਨੂੰ ਕਿਸੇ ਦੇ ਬੂਹੇ ਅੱਗੇ ਪਾਉਣਾ ਹੀ, ਤੇ ਫਿਰ ਸਤਿਗੁਰੂ ਜੀਓ ਸਰੀਰੋਂ ਲੈ, ਮੇਰੀ ਜਾਨ ਕੱਢ ਲਾ, ਮੈਨੂੰ ਜਿਉਂਦਾ ਹੀ ਨਾ ਰੱਖ, ਮਗਰ ਜੇ ਰੱਖਣਾ ਹੈ ਤੇ ਆਪਣੇ ਘਰ ਰੱਖ। ਦੇ ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੇ ਅੱਗੇ ਇਸ਼ਕ ਦੇ ਬਚਨ ਸੁਣੋ, ਤੁਮੇ ਛਾੜ, ਫਿਰ ਬੋਲੋ ਜੀ, ਤੁਮੇ ਛਾੜ ਕੋਈ, ਤੁਮੇ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਉ। ਇਸ਼ਕ ਦੇ ਬਚਨ ਸੁਣੋ, ਰੱਬੀ ਰੰਗ ਵਿੱਚ ਰਤੀਆਂ ਹੋਈਆਂ ਰੂਹਾਂ ਕੀ ਕਹਿੰਦੀਆਂ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ, ਸਿਮਰਤ ਛਾਤਰ ਵੇਦ ਸਭੇ ਬਹੁ ਭੇਦ ਕਹੇ। ਸ੍ਰੀ ਅਸਪਾਨ ਕਿਰਪਾ ਕਰ ਤੁਮਰੀ, ਮੈਂ ਨਾ ਕਹਿਓ ਸਭ ਤੋਏ ਬਖਾਨੇ। ਰੱਬੀ ਰੰਗ ਵਿੱਚ ਰਤੇ ਕਹਿੰਦੇ ਨੇ, ਮੈਂ ਨਾ ਗਨੇ ਸੇ ਪ੍ਰਿਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉ। ਇਹ ਤੇ ਰੱਬ ਦੇ ਰੰਗ ਵਿੱਚ ਰਤਿਆਂ ਦੀਆਂ ਗੱਲਾਂ ਨੇ। ਜੇ ਤੂੰ ਐਵੇਂ ਰਖਸੀ ਤਾਂ ਜੀਓ ਸਰੀਰੋਂ ਲੈ। ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੇ ਜੀਵਨ ਵਿੱਚ ਇਹ ਘੜੀ ਆਉਣੀ ਆ ਕਿ ਮੈਂ ਗੁਰਦੁਆਰੇ ਆਉਣੋਂ ਹਟ ਕੇ ਨੂਰ ਮਹਿਲ ਵਾਲਿਆਂ ਦੇ ਕਿਸੇ ਸਮਾਗਮ ਵਿੱਚ ਜਾਵਾਂ, ਉਦੋਂ ਪਹਿਲੋਂ ਮੈਂ ਮਰ ਜਾਵਾਂ, ਉਹ ਤੋਂ ਪਹਿਲੋਂ ਮੇਰੀ ਮੌਤ ਹੋ ਜਾਏ ਕਿ ਮੈਂ ਤੇਰਾ ਘਰ ਛੱਡ ਕੇ ਕਿਤੇ ਹੋਰ ਜਾਂਦਾ ਮਰ ਗਿਆ। ਨਾ ਮੇਰੇ ਮਾਲਕ, ਆਪਣੇ ਘਰ ਆਇਆਂ ਦੀ ਮੇਰੀ ਲਾਜ ਰੱਖ ਲਾ। ਸਗਲ ਦਵਾਰ ਕੋ ਛੱਡ ਕੇ ਗਇਓ ਤੁਹਾਰੋ ਦਵਾਰ, ਸਤਿਗੁਰੂ ਜੀ ਬਾਏ ਗਹੇ ਕੀ ਲਾਜ ਅਸ ਗੋਬਿੰਦ ਦਾਸ ਦਵਾਰ। ਜਿਨ੍ਹਾਂ ਨਿਹੋਂ ਦੁਜਾਣੇ ਲੱਗਾ, ਬੋਲੋ ਜਿਨ੍ਹਾਂ ਨਿਹੋਂ, ਜਿਨ੍ਹਾਂ ਦਾ ਦੂਸਰੇ ਥਾਂ ਪਿਆਰ ਮਾਰ ਪਾਰ ਗਿਆ। ਸੱਜਣ ਤੂੰ ਹੈ ਸੈਣ ਤੂੰ, ਮੈਂ ਤੁਝ ਉੱਪਰ ਬਹੁਮਾਣੀਆਂ। ਤੇ ਉੱਥੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ, ਜੇ ਭੁੱਲੀ ਜੇ ਚੁੱਕੀ ਸਾਈ ਭੀ ਤਹੰਜੀ ਕਾਂਡੀਆ। ਮੈਂ ਭੁੱਲ ਜਾਵਾਂ, ਮੈਂ ਚੁੱਕ ਜਾਵਾਂ, ਮਗਰ ਫਿਰ ਵੀ ਮਰੀ ਹੋਈ ਨੂੰ ਆਖਣ ਗੁਰੂ ਦਾ ਸਿੱਖ ਮਰ ਗਿਆ ਏ। ਇਹ ਹਾਲਤ ਹੋਵੇ, ਭਾਵੇਂ ਮੈਂ ਕਿੰਨਾ ਭੁੱਲਿਆ ਹੋਵਾਂ, ਭਾਵੇਂ ਮੈਂ ਕਿੰਨਾ ਦਰ ਤੋਂ ਤੇਰੇ ਤੋਂ ਅਜੇ ਦੂਰ ਹੋਵਾਂ, ਮਗਰ ਮੇਰੇ ਤੋਂ ਇਹ ਲੇਬਲ ਨਾ ਲੱਥੇ ਕਿ ਇਹ ਗੁਰੂ ਦਾ ਸਿੱਖ ਸੀ। ਜੇ ਭੁੱਲੀ ਜੇ ਝੁੱਕੀ ਸਾਈ ਭੀ ਤਹੰਜੀ ਕਾਂਡੀਆ, ਜਿੰਨਾ ਨਿਉ ਦੁਜਾਣੇ ਲੱਗਾ ਝੂਰ ਮਰੋ ਸੇ ਵਾਂਡੀਆ। हे ਮੇਰੇ ਸਤਿਗੁਰੂ, ਮੇਰਾ ਪਿਆਰ ਹੋਰ ਕਿਤੇ ਨਾ ਪਵੇ। ਮੇਰੇ ਬਾਬਾ ਜੀ ਇੱਥੇ ਬਚਨਾਂ 'ਚ ਕਹਿੰਦੇ, ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ। ਜੇ ਤੂੰ ਐਵੇਂ ਰਖਸੀ ਤਾਂ ਜੀਓ ਸਰੀਰੋਂ ਲੈ। ਜੇ ਤੂੰ ਇਤਨਾ ਮੈਨੂੰ ਰੱਖਣਾ ਤੇ ਮੇਰੀ ਜਿੰਦ ਕੱਢ ਲਾ, ਮੇਰੀ ਜਾਨ ਕੱਢ ਲਾ, ਮਗਰ ਆਪਣੇ ਘਰੋਂ ਹੁਣ ਗਾਹ ਨਾ ਕਿਸੇ ਤੋੜੀ। ਬੌੜੇ ਜਨਮਾਂ ਤੋਂ ਵਿਛੜ ਕੇ ਹੁਣ ਮੈਨੂੰ ਸਤਿਗੁਰੂ ਤੇਰਾ ਘਰ ਲੱਭ ਗਿਆ ਵਾ। ਇਤੋਂ ਨਹੀਂ ਹੁਣ ਖੜਗ ਕੇਤ ਮੈਂ ਸ਼ਰਨ ਤੁਹਾਰੀ, ਆਪ ਹਾਥ ਦੇ ਲਿਓ ਅਭਾਰੀ। ਹੁਣ ਸਰਬ ਠੌਰ ਮੈਂ ਹੋ ਸਹਾਈ, ਪਿਤਾ ਜੀ ਤੁਸੀਂ ਦੁਸ਼ਟ ਦੋਖ ਤੇ ਲਿਓ ਬਚਾਈ। ਸਤਿਗੁਰੂ ਕਿਰਪਾ ਕਰੇ, ਰਹਿਮਤ ਕਰੇ। ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ। 29 ਤਰੀਕ ਨੂੰ, ਕੱਲ ਦਾ ਇੱਕ ਦੀਵਾਨ ਰਾਤ ਦਾ ਬਾਕੀ ਰਹਿ ਗਿਆ। 15 ਦਿਨਾਂ ਦਾ ਪਤਾ ਹੀ ਨਹੀਂ ਲੱਗਾ ਗੁਰਸਿੱਖੋ ਕਦੋਂ ਬੀਤ ਗਏ ਨੇ। ਮੇਰਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇਹ ਪਿਆਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਕੇ ਬਹਿਣਾ ਆਪਣਾ ਬਣਾਈ ਰੱਖੇ। ਅੰਮ੍ਰਿਤ ਛਕਣ ਲਈ ਆਪ ਜੀ ਸਰਬੱਤ ਮਾਈ ਭਾਈ ਦੇ ਚਰਨਾਂ ਵਿੱਚ ਬੇਨਤੀ, ਆਪਣੀਆਂ ਬੱਚਿਆਂ ਨੂੰ ਤਿਆਰ ਕਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਧੀਆਂ ਪੁੱਤ ਬਣਾਓ। ਆਪਾਂ ਸਾਰੇ ਰਲ ਮਿਲ ਕੇ ਅੰਮ੍ਰਿਤ ਸੰਚਾਰ ਵਿੱਚ ਹਿੱਸਾ ਲੈ ਕੇ ਐਤਵਾਰ ਦੇ ਦੁਪਹਿਰ ਦੇ ਦੀਵਾਨ ਵਿੱਚ ਉਹਨਾਂ ਗੁਰਸਿੱਖਾਂ ਨੂੰ ਵਧਾਈਆਂ ਦੇ ਸਕੀਏ। ਗੁਰਸਿੱਖਾਂ ਮਨ ਵਧਾਈਆਂ ਜਿਨੀ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ। ਜਿਹੜੇ ਸਤਿਗੁਰੂ ਦੇ ਉਦਨ ਦੀਦਾਰ ਕਰਨਗੇ, ਭੁੱਲ ਨਾ ਚਿਤਾਰਨੀ, ਅਸੀਸ ਦੇਣੀ। ਸਤਿਗੁਰੂ ਕਿਰਪਾ ਕਰੇ ਤੁਹਾਨੂੰ ਤੇ ਮੈਨੂੰ ਉਦਮ ਬਖਸ਼ੇ, ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਚਾਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।